पूरा प्रभ आराध्या पूरा जाका नाओ। नानक पूरा पाया पूरे के गुण गाओ। मुख उचरह शास्त्र खट पिंग गिरन चढ़ जाए। अंध लख बदरो सुनै जाओ काल कृपा कराए। कहाँ बुद्ध प्रभ तुच्छ हमारी बरन सकै महिमा जो तिहारी। हम न सकत कर सिफत तुम्हारी। आप ले हो तुम कथा सुधारी। हम न सकत कर सिफत तुम्हारी। आप ले हो तुम कथा सुधारी। सतनाम श्री वाहिगुरु साहिब जी। आसा महला पंजवा। जाका सिमरन सुख निवास भई कल्याण दुख होवत नास। आनंद करहो प्रभ के गुण गावहो। सतगुर अपना सद सदा मनावहो। जाका सिमरन सुख निवास। वाहिगुरु जी का खालसा वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज कलयुग के तारणहारे शब्द गुरु ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਜਾ ਕੈ ਸਿਮਰਨ ਸੂਖ ਨਿਵਾਸ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਰਮਾਤਮਾ ਦੇ ਸਿਮਰਨ ਕਰਨੇ ਕਰਕੇ ਸੁਖ ਸਰੂਪ ਪਰਮਾਤਮਾ ਦੇ ਵਿੱਚ ਜੀਵ ਦਾ ਨਿਵਾਸ ਹੋ ਜਾਂਦਾ ਹੈ। ਜਿਸ ਵੀ ਸੰਸਾਰ ਦੇ ਅੰਦਰ ਵਸਤੂ ਦਾ, ਕਿਸੇ ਪਦਾਰਥ ਦਾ ਜਾਂ ਕਿਸੇ ਦੇਵੀ ਸ਼ਕਤੀ ਦਾ ਜੀਵ ਧਿਆਨ ਧਾਰਨ ਕਰਦਾ ਹੈ, ਮਹਾਰਾਜ ਜੀ ਦੇ ਬਚਨ ਹਨ, ਇਹ ਜੀਵ ਉਸੇ ਦਾ ਹੀ ਰੂਪ ਹੋ ਜਾਂਦਾ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭੈਰੋ ਰਾਗ ਵਿੱਚ ਬਚਨ ਹਨ, ਜੇਕਰ ਜੀਵ ਕਿਸੇ ਦੇਵੀ ਦੀ ਆਰਾਧਨਾ ਕਰਦਾ ਹੈ, ਜੇ ਤਾਂ ਆਰਾਧਨਾ ਕੀਤੀ ਹੋਈ ਪੂਜਾ ਇਹਦੀ ਪੂਰੀ ਹੋ ਜਾਂਦੀ ਹੈ, ਫਿਰ ਉਹ ਦੇਵੀ ਦਾ ਰੂਪ ਹੋ ਜਾਂਦਾ ਹੈ। ਜਾਂ ਫਿਰ ਕਿਸੇ ਦੇਵਤੇ ਦੀ ਆਰਾਧਨਾ ਕਰਦਾ, ਕਿਸੇ ਦੇਵੀ ਸ਼ਕਤੀ ਦੀ, ਕਿਸੇ ਭੂਤ ਪ੍ਰੇਤ ਦੀ ਆਰਾਧਨਾ ਕਰਦਾ, ਜੇ ਤਾਂ ਉਹਦੀ ਕੀਤੀ ਹੋਈ ਪੂਜਾ ਪੂਰੀ ਹੋ ਜਾਵੇ, ਫਿਰ ਉਸੇ ਦਾ ਰੂਪ ਹੋ ਜਾਂਦਾ ਹੈ। ਜੇ ਪੂਜਾ ਅਧੂਰੀ ਰਹਿ ਜਾਵੇ ਤੇ ਫਿਰ ਉਹਦਾ ਵਾਹਨ ਬਣਨਾ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ ਨਾ, ਮਹਾ ਮਾਈ ਕੀ ਪੂਜਾ ਕਰੈ, ਨਰ ਸਹਿ ਨਾਰ ਹੋਏ ਅਵਤਰੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਜੇ ਦੇਵੀ ਦੀ ਪੂਜਾ ਕਰਦਾ ਹੈ, ਮਹਾਰਾਜ ਕਹਿੰਦੇ ਫਿਰ ਮਨੁੱਖ ਤੋਂ ਇਸਤਰੀ ਰੂਪ ਹੋ ਜਾਂਦਾ ਹੈ, ਉਹ ਦੇਵੀ ਦਾ ਰੂਪ ਧਾਰਨ ਕਰ ਲੈਂਦਾ ਹੈ। ਤੇ ਜੇ ਸੰਸਾਰ ਦੇ ਸਭ ਇਹਨਾਂ ਦੇਵੀ ਸ਼ਕਤੀਆਂ ਨੂੰ ਛੱਡ ਕੇ, ਹੋਰ ਸੰਸਾਰ ਦੇ ਮੜੀਆਂ ਮੱਟਾਂ ਦਾ ਪੂਜਾ ਛੱਡ ਕੇ, ਮਹਾਰਾਜ ਕਹਿੰਦੇ ਜੇ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰੇ, ਇਹ ਜੀਵ ਪ੍ਰਮਾਤਮਾ ਦਾ ਰੂਪ ਹੋ ਸਕਦਾ ਹੈ। ਜੇ ਹਿਰਦੇ ਹੋ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਜੇ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦਾ ਹੈ, ਫਿਰ ਉਹ ਪ੍ਰਮਾਤਮਾ ਦਾ ਰੂਪ ਹੀ ਅੰਤ ਸਮੇਂ ਜੀਵ ਹੋ ਜਾਂਦਾ ਹੈ। ਭਾਵ ਕਿ ਜਿਸ ਤਰ੍ਹਾਂ ਦਾ ਮਨ ਦੇ ਅੰਦਰ ਧਿਆਨ ਧਾਰਨ ਕਰਦਾ, ਉਸੇ ਤਰ੍ਹਾਂ ਦਾ ਫਿਰ ਆਕਾਰ ਉੱਦਾਂ ਦੀ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਹਨ, ਜਾ ਕੈ ਸਿਮਰਨ ਸੂਖ ਨਿਵਾਸ। ਹੇ ਜੀਵ, ਜਿਸ ਪ੍ਰਮਾਤਮਾ ਦੇ ਸਿਮਰਨ ਦੀ ਬਦੌਲਤ ਸੁਖ ਸਰੂਪ ਦੇ ਵਿੱਚ ਨਿਵਾਸ ਹੋਣ ਵਾਲਾ, ਉਸ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ, ਉਸ ਪਿਆਰੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਕਰ, ਹਿਰਦੇ ਹੋ ਕੇ ਰੱਬ ਨੂੰ ਚੇਤੇ ਕਰਿਆ ਕਰ। ਜਿਸ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਪ੍ਰਮਾਤਮਾ ਦਾ ਨਾਮ ਜਪਣੇ ਕਰਕੇ ਸਾਰੇ ਸੁੱਖਾਂ ਦਾ ਘਰ ਦੇ ਵਿੱਚ ਨਿਵਾਸ ਹੋ ਜਾਂਦਾ ਹੈ, ਅਥਵਾ ਸਾਰੇ ਸੁੱਖ ਘਰ ਦੇ ਵਿੱਚ ਆਪਣੇ ਆਪ ਨਿਵਾਸ ਕਰ ਜਾਂਦੇ ਹੈ। ਹਰ ਇੱਕ ਸੁੱਖ ਪ੍ਰਮਾਤਮਾ ਘਰ ਦੇ ਵਿੱਚ ਬਖਸ਼ਿਸ਼ ਕਰ ਦਿੰਦਾ ਹੈ ਜੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੋ ਅਸ਼ਟਪਦੀਆਂ ਸਿਮਰਨ ਦਾ ਹੀ ਮਹਾਤਮ ਦਰਸਾਇਆ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਮਹਾਰਾਜ ਕਹਿੰਦੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਪਾਉਣ ਦੇ ਲਈ ਜਗਤ ਦੇ ਜੀਵ ਕਿੰਨਾ ਕਿੰਨਾ ਯਤਨ ਕਰਦੇ ਹਨ। ਜ਼ਿੰਦਗੀ ਦਾ ਵੱਡਾ ਪੱਖ ਲੰਘ ਜਾਂਦਾ, ਫਿਰ ਵੀ ਪਤਾ ਨਹੀਂ ਉਹ ਕਰਾਮਾਤਾਂ ਮਿਲਦੀਆਂ ਵੀ ਹੈ ਕਿ ਨਹੀਂ ਮਿਲਦੀਆਂ, ਫਿਰ ਵੀ ਉਹ ਪਦਾਰਥ ਧਨ ਦੌਲਤ ਪ੍ਰਾਪਤੀ ਹੁੰਦੀ ਵੀ ਹੈ ਕਿ ਨਹੀਂ ਹੁੰਦੀ। ਪਰ ਇਹ ਨਿਸ਼ਚੈ ਹੈ ਕਿ ਜੇ ਪ੍ਰਮਾਤਮਾ ਦਾ ਸਿਮਰਨ ਕਰਦਾ, ਫਿਰ ਜ਼ਰੂਰ ਬਰ ਜ਼ਰੂਰ ਇਹ ਸਭ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ। ਫਿਰ ਮਹਾਰਾਜ ਕਹਿੰਦੇ ਕੱਲੀਆਂ ਦਾਤਾਂ ਨਹੀਂ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਵੀ ਹੋ ਜਾਂਦਾ ਹੈ, ਨਿਰਗੁਣ ਸਰੂਪ ਦਾ ਧਿਆਨ ਵੀ ਧਾਰਨ ਕਰ ਲੈਂਦਾ ਹੈ, ਆਤਮ ਵਿਸ਼ੈਣੀ ਬੁੱਧ ਵੀ ਪ੍ਰਾਪਤ ਹੋ ਜਾਂਦੀ ਹੈ ਤੇ ਅੰਤ ਸਮੇਂ ਮੁਕਤੀ ਦੀ ਦਾਤ ਵੀ ਪ੍ਰਾਪਤ ਕਰ ਲੈਂਦਾ ਹੈ। ਕਿਹੜੀ ਦਾਤ ਹੈ ਜਿਹੜੀ ਕੋਈ ਪਿੱਛੇ ਰਹਿ ਗਈ ਹੋਵੇ? ਪਰਮਾਤਮਾ ਦੇ ਸਿਮਰਨ ਕਰਨੇ ਕਰਕੇ ਸਤਿਗੁਰੂ ਜੀ ਕਹਿੰਦੇ ਸਭ ਦਾਤਾਂ ਪ੍ਰਾਪਤ ਹੋ ਜਾਂਦੀਆਂ।
ਫਿਰ ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸੈ ਦੂਜਾ। ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਹਰ ਪ੍ਰਕਾਰ ਦੇ ਜਾਪ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਹਰ ਪ੍ਰਕਾਰ ਦੀ ਜ਼ਿੰਦਗੀ ਵਿੱਚ ਕੀਤੀ ਹੋਈ ਤਪੱਸਿਆ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਹਰ ਪ੍ਰਕਾਰ ਦੀ ਪੂਜਾ ਵੀ ਫਲੀਭੂਤ ਹੋ ਜਾਂਦੀ ਹੈ ਜੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ। ਕਿਉਂਕਿ ਮਹਾਰਾਜ ਜੀ ਦੇ ਬਚਨ ਹਨ, ਪੂਜਾ ਕੀਚੈ ਨਾਮ ਧਿਆਈਐ ਵਿਣ ਨਾਵੈ ਪੂਜ ਨਾ ਹੋਏ। ਪੂਜਾ ਕੀਤੀ ਹੋਈ ਵੀ ਤਾਂ ਸਫਲ ਹੁੰਦੀ ਹੈ ਜੇ ਪ੍ਰਮਾਤਮਾ ਦਾ ਨਾਮ ਧਿਆਉਂਦਾ ਹੈ। ਪ੍ਰਭ ਕਾ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸੈ ਦੂਜਾ। ਦਵੇਸ਼ ਭਾਵਨਾ ਵੀ ਹਿਰਦਿਓ ਮਿਟ ਜਾਂਦੀ ਹੈ। ਪ੍ਰਭ ਕੈ ਸਿਮਰਨ ਬਿਨ ਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਮਾਤਮਾ ਦੀ ਸੱਚੀ ਦਰਗਾਹ ਦੇ ਵੀ ਜੀਵ ਮੰਨਣ ਯੋਗ ਹੋ ਜਾਂਦਾ ਜੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਐਸੀ ਮਹਾਨ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਸਿਮਰਨ ਦੀ ਦਾਤ ਹੈ। हे ਪ੍ਰਾਣਾ ਧਾਰੀ ਜੀਵ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਐਸਾ ਪ੍ਰਤਾਪੀ ਹੈ, ਜਾ ਕੇ ਸਿਮਰਨ ਸੁਖ ਨਿਵਾਸ। ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਉਹ ਵਡਭਾਗੇ ਪੁਰਖ ਵਾਹਿਗੁਰੂ ਜੀ ਦੇ ਸੁਖ ਸਰੂਪ ਦੇ ਵਿੱਚ ਮਿਲ ਗਏ ਹਨ। ਤਿਨਾਂ ਦਾ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਨਿਵਾਸ ਹੋ ਗਿਆ ਹੈ। ਭਾਈ ਕਲਿਆਣ ਦੁਖ ਹੋਵਤ ਨਾਸ। ਉਹਨਾਂ ਜੀਵਾਂ ਦੀ ਕਲਿਆਣ ਹੋ ਗਈ, ਮੁਕਤ ਹੋ ਗਏ, ਜਗਤ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਹੋਵਤ ਨਾਸ। ਸਾਰੇ ਦੁੱਖ ਵੀ ਉਹਨਾਂ ਦੇ ਪ੍ਰਮਾਤਮਾ ਨੇ ਨਾਸ਼ ਕਰ ਦਿੱਤੇ ਹਨ। ਜਨਮ ਮਰਨ ਦਾ, 84 ਦੇ ਗੇੜੇ ਵਿੱਚ ਪੈਣੇ ਦਾ, ਗਰਭ ਦੇ ਮਾਤਾ ਦੇ ਗਰਭ ਦੇ ਵਿੱਚ ਬਾਰ-ਬਾਰ ਪੁੱਠੇ ਲਟਕਣ ਦਾ, ਇਹ ਸਭ ਦੁੱਖ ਵਾਹਿਗੁਰੂ ਨੇ ਨਾਸ਼ ਕਰ ਦਿੱਤੇ ਹੈ। ਪ੍ਰਮਾਤਮਾ ਨੇ ਉਹਨਾਂ ਦੀ ਕਲਿਆਣ ਕਰ ਦਿੱਤੀ ਹੈ। ਐਸਾ ਕਲਿਆਣਕਾਰੀ ਪਰਮੇਸ਼ਰ ਹੈ ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਮਿਹਰ ਹੋ ਜਾਂਦੀ ਹੈ। ਉਹ ਜੀਵ ਕਲਿਆਣ ਸਰੂਪ ਨੂੰ ਪ੍ਰਾਪਤ ਹੋ ਜਾਂਦੇ ਹੈ। ਉਹ ਜੀਵ ਮੁਕਤ ਸਰੂਪ ਦੀ ਪ੍ਰਾਪਤੀ ਕਰ ਲੈਂਦੇ ਹਨ। ਜਿਨ੍ਹਾਂ ਤੇ ਪ੍ਰਮਾਤਮਾ ਮਿਹਰ ਕਰ ਦਿੰਦਾ ਹੈ, ਵਾਹਿਗੁਰੂ ਆਪਣੇ ਸਿਮਰਨ ਦੇ ਨਾਲ ਜਿਨ੍ਹਾਂ ਜੀਵਾਂ ਨੂੰ ਜੋੜਦਾ ਹੈ। ਆਨੰਦ ਕਰਹੁ ਪ੍ਰਭ ਕੇ ਗੁਣ ਗਾਵਹੁ। ਇਹ ਜੀਵ ਪ੍ਰਮਾਤਮਾ ਦੇ ਗੁਣ ਗਾ ਕੇ ਆਨੰਦ ਕਰਹੁ, ਆਨੰਦ ਸਰੂਪ ਨੂੰ ਪ੍ਰਾਪਤ ਕਰ ਲੈਣਾ ਕਰੋ। ਜੀਵਨ ਦੇ ਅੰਦਰ ਘਣਾ ਆਨੰਦ ਪ੍ਰਾਪਤ ਹੋਣ ਵਾਲਾ ਜੇ ਪ੍ਰਮਾਤਮਾ ਦੇ ਗੁਣ ਗਾਈਏ, ਜੇ ਇੱਕ ਚਿੱਤ ਹੋ ਕੇ ਪ੍ਰਮਾਤਮਾ ਦੇ ਗੁਣ ਗਾਏ ਜਾਣ, ਜੀਵਨ ਦੇ ਅੰਦਰ ਘਣੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ ਕਿ ਜਿਨ੍ਹਾਂ ਨੇ ਪ੍ਰੀਤ ਰੂਪ ਰਸਨਾ ਦੇ ਨਾਲ ਪ੍ਰਮਾਤਮਾ ਦੇ ਗੁਣ ਗਾਏ ਹਨ, ਉਹਨਾਂ ਦੇ ਹਿਰਦੇ ਅੰਦਰ ਵੀ ਪ੍ਰਮਾਤਮਾ ਨੇ ਘਣਾ ਆਨੰਦ ਬਖਸ਼ਿਸ਼ ਕੀਤਾ। ਜਿਨ੍ਹਾਂ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਪਰਮੇਸ਼ਰ ਦੀਆਂ ਸਿਫਤ ਸਲਾਹਾਂ ਨੂੰ ਸਰਵਣ ਕੀਤਾ, ਵਾਹਿਗੁਰੂ ਜੀ ਦਾ ਜਸ ਸੁਣਿਆ ਹੈ, ਉਹਨਾਂ ਦੇ ਹਿਰਦੇ ਅੰਦਰ ਵੀ ਪ੍ਰਮਾਤਮਾ ਨੇ ਪਰਮ ਆਨੰਦ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਰਮੇਸ਼ਰ ਦਾ ਜਸ ਕਰਨਾ ਜਾਂ ਸੁਣ ਲੈਣਾ ਬੜਾ ਪਰਮ ਮਹਾਤਮ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜੂਰ ਬਖਸ਼ਿਸ਼ ਕਰਦੇ ਆਨੰਦ ਕਰਹੁ ਪ੍ਰਭ ਕੇ ਗੁਣ ਗਾਵਹੁ। ਉਹ ਹਮੇਸ਼ਾ ਆਨੰਦ ਸਰੂਪ ਦੇ ਵਿੱਚ ਰਹਿੰਦੇ ਹਨ। ਉਹਨਾਂ ਦਾ ਜੀਵਨ ਆਨੰਦਦਾਇਕ ਬਤੀਤ ਹੁੰਦਾ ਹੈ, ਨਿਰਬਾਹ ਹੁੰਦਾ ਹੈ, ਜੋ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਸਤਿਗੁਰ ਆਪਣਾ ਸਦ ਸਦਾ ਮਨਾਵਹੁ। हे ਪ੍ਰਾਣਾ ਧਾਰੀ ਜੀਵ, ਸਤਿਗੁਰੂ ਜੀ ਨੂੰ ਆਪਣੇ ਜਾਣ ਕਰਕੇ ਸਦਾ ਸਦਾ ਮਹਾਰਾਜ ਜੀ ਦੇ ਚਰਨਾਂ ਨੂੰ ਮਨਾਵਹੁ, ਚੇਤੇ ਕਰਿਆ ਕਰ। ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਿਆ ਕਰੋ, ਕਿਉਂਕਿ ਸਤਿਗੁਰੂ ਜੀ ਆਪਣੇ ਹਨ। ਸਤਿਗੁਰ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ। ਗਰੀਬ ਨਵਾਜ ਪੂਰੇ ਸਤਿਗੁਰੂ ਦੀ ਜੀਵ ਆਪਣੇ ਹਨ। ਜੋ ਕੁਝ ਵੀ ਤੂੰ ਆਪਣਾ ਮੰਨੀ ਬੈਠਾ ਹੈ, ਅਸਲ ਦੇ ਵਿੱਚ ਹੈ ਨਹੀਂ ਹੈ। ਧਨ ਨੂੰ, ਪਦਾਰਥਾਂ ਨੂੰ, ਜ਼ਮੀਨਾਂ ਜਾਇਦਾਦਾਂ ਨੂੰ, ਜੋ ਕੁਝ ਵੀ ਸੰਸਾਰ ਦੇ ਮਾਇਆ ਦੇ ਸੁੱਖ ਹਨ, ਇਹਨਾਂ ਨੂੰ ਆਪਣਾ ਮੰਨੀ ਬੈਠਾ। ਧੀਆਂ ਪੁੱਤਰ ਪਰਿਵਾਰ ਸਖੇ ਸੰਬੰਧੀ ਮਿੱਤਰ ਹਨ, ਜਿਨ੍ਹਾਂ ਸਭ ਨੂੰ ਆਪਣਾ ਮੰਨੀ ਬੈਠਾ ਹੈ, ਅਸਲ ਦੇ ਵਿੱਚ ਤੇਰੇ ਆਪਣੇ ਹੈ ਨਹੀਂ ਹੈ। ਜੋ ਤੇਰਾ ਆਪਣਾ ਹੈ ਪਰਮੇਸ਼ਰ ਦਾ ਨਾਮ, ਗਰੀਬ ਨਵਾਜ ਸਤਿਗੁਰੂ ਜੀ ਤੇਰੇ ਅੰਗ ਸੰਗ ਹੋ ਕਰਕੇ ਨਿਭਣ ਵਾਲੇ ਹਨ।
ਉਹਨਾਂ ਨੂੰ ਮਹਾਰਾਜ ਕਹਿੰਦੇ ਤੂੰ ਪਰਾਇਆ ਸਮਝੀ ਬੈਠਾ ਹੈ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਪਰਮੇਸ਼ਰ ਨੂੰ ਪਰਾਇਆ ਮੰਨਦਾ ਹੈ ਤੇ ਬਾਕੀ ਜੋ ਕੁਝ ਵੀ ਸੰਸਾਰ ਦੇ ਅੰਦਰ ਹੈ ਉਹ ਸਭ ਕੁਝ ਆਪਣਾ ਮੰਨੀ ਬੈਠਾ ਹੈ। ਸਤਿਗੁਰੂ ਜੀ ਉਪਦੇਸ਼ ਦੇ ਰਹੇ ਹਨ, ਐ ਪ੍ਰਾਣਾ ਤਾਰੇ ਜੀਵ ਸਤਿਗੁਰ ਆਪਣਾ ਸਦ ਸਦਾ ਮਨਾਵਹੁ। ਸਦਾ ਸਦਾ ਵਾਸਤੇ ਜੀਵਨ ਪਰਯੰਤ ਪ੍ਰਮਾਤਮਾ ਸਰੂਪ ਪੂਰੇ ਸਤਿਗੁਰੂ ਜੀ ਨੂੰ ਮਨਾਇਆ ਕਰ। ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਿਆ ਕਰ। ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਕਰ। ਸਾਧ ਸੰਗਤ ਜੀ, ਨਿਰਵੈਰ ਤੇ ਨਿਰਭਉ ਸਰੂਪ ਗਰੀਬ ਨਿਵਾਜ ਸਤਿਗੁਰੂ ਜੀ ਹਨ। ਫਿਰ ਸਾਰੀ ਸ੍ਰਿਸ਼ਟੀ ਦੇ ਸਾਂਝੇ ਮਹਾਰਾਜ ਸਤਿਗੁਰੂ ਜੀ ਹਨ। ਕਿਉਂਕਿ ਜਿੰਨੀਆਂ ਵੀ ਸੰਸਾਰ ਦੇ ਅੰਦਰ ਦੈਵੀ ਸ਼ਕਤੀਆਂ, ਜਿੰਨੇ ਵੀ ਅਵਤਾਰ ਹੋਏ ਆ ਨਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਅਵਤਾਰ ਧਾਰਨੇ ਤੋਂ ਪਹਿਲਾਂ ਜਿੰਨੇ ਵੀ ਪੀਰ ਪੈਗੰਬਰ ਅਵਤਾਰ ਔਲੀਏ ਆਏ ਹਨ, ਜੇ ਦੇਖਿਆ ਜਾਵੇ ਸਾਧ ਸੰਗਤ ਜੀ, ਜੇ ਇਸਲਾਮ ਦੇ ਪੈਗੰਬਰ ਸੰਸਾਰ ਦੇ ਅੰਦਰ ਆਏ ਹੈ ਤੇ ਉਹਨਾਂ ਦੇ ਆਉਣੇ ਦੇ ਨਾਲ ਹਿੰਦੂ ਮਤ ਵਾਲੇ ਵੀਰਾਂ ਨੂੰ ਕੋਈ ਖੁਸ਼ੀ, ਕੋਈ ਪ੍ਰਸੰਨਤਾ ਨਹੀਂ ਹੋਵਣਾ ਕੀਤੀ। ਜੇ ਹਿੰਦੂ ਮਤ ਦੇ ਸਾਧ ਸੰਗਤ ਜੀ ਰਹਿਬਰ ਸੰਸਾਰ ਦੇ ਅੰਦਰ ਆਏ ਹਨ, ਉਹਨਾਂ ਦੇ ਆਉਣ ਦੇ ਨਾਲ ਇਸਲਾਮ ਦੇ ਵਿੱਚ ਮੁਸਲਮਾਨ ਵੀਰਾਂ ਨੂੰ ਕੋਈ ਪ੍ਰਸੰਨਤਾ ਨਹੀਂ ਹੋਵਣਾ ਕੀਤੀ। ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਸੰਸਾਰ ਦੇ ਅੰਦਰ ਪ੍ਰਗਟ ਹੋਏ ਨੇ। ਗਰੀਬ ਨਿਵਾਜ ਸਤਿਗੁਰੂ ਜੀ ਦੇ ਆਉਣੇ ਕਰਕੇ ਸਾਰੀ ਸ੍ਰਿਸ਼ਟੀ ਨੇ ਸਾਧ ਸੰਗਤ ਜੀ ਖੁਸ਼ਹਾਲ ਹੋ ਜਾਣਾ ਕੀਤਾ। ਸੰਸਾਰ ਭਰ ਦੇ ਹਰ ਇੱਕ ਜੀਵ ਨੂੰ ਪ੍ਰਸੰਨਤਾ, ਹਰ ਇੱਕ ਖੁਸ਼ੀ ਸਭ ਦੇ ਝੋਲੀ ਵਿੱਚ ਪਾਈ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ। ਕਿਉਂਕਿ ਸਤਿਗੁਰੂ ਜੀ ਕਿਸੇ ਨਾਲ ਕਦੇ ਵਿਤਕਰਾ ਨਹੀਂ ਕਰਦੇ। ਮਹਾਰਾਜ ਸਾਹਿਬ ਜੀ ਨੇ ਸਭ ਨੂੰ ਸਾਂਝੀ ਵਾਰਤਾ ਦਾ ਉਪਦੇਸ਼ ਬਖਸ਼ਿਸ਼ ਕੀਤਾ। ਇਸ ਲਈ ਮਹਾਰਾਜ ਹਜੂਰ ਕਹਿੰਦੇ ਹਨ, ਸਤਿਗੁਰ ਆਪਣਾ ਸਦ ਸਦਾ ਮਨਾਵਹੁ। ਹੇ ਜੀਵ, ਸਤਿਗੁਰੂ ਜੀ ਨੂੰ ਆਪਣੇ ਜਾਣ ਕਰਕੇ ਸਦਾ ਸਦਾ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਿਆ ਕਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ ਨੂੰ ਹਿੰਦ ਦੀ ਚਾਦਰ ਕਹਿ ਕੇ ਸਤਿਗੁਰਾਂ ਨੂੰ ਅਸੀਂ ਯਾਦ ਕਰਦੇ ਹਾਂ। ਗਰੀਬ ਨਿਵਾਜ ਸਤਿਗੁਰੂ ਜੀ ਦਾ ਜੋ ਸਾਧ ਸੰਗਤ ਜੀ ਐਸਾ ਵਿਲੱਖਣ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਹੈ, ਐਸੀ ਲਾਸਾਨੀ ਸ਼ਹਾਦਤ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ, ਜਿਸ ਨੂੰ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀ ਪਾਕ ਰਸਨਾ ਤੋਂ ਬਚਿੱਤਰ ਨਾਟਕ ਪਾਵਨ ਬਾਣੀ ਦੇ ਅੰਦਰ ਸਤਿਗੁਰਾਂ ਦੇ ਪ੍ਰਥਾਇਕ ਕਥਨ ਕੀਤਾ ਕਿ ਸਤਿਗੁਰੂ ਜੀ ਜੈਸੀ ਸ਼ਹਾਦਤ ਸੰਸਾਰ ਦੇ ਅੰਦਰ ਕਿਸੇ ਵੀ ਨੇ ਕਰਨਾ ਕੀਤੀ, ਨਾ ਕੋਈ ਕਰ ਸਕੇਗਾ। ਕਿਉਂਕਿ ਸਾਧ ਸੰਗਤ ਜੀ ਆਪਣੇ ਧਰਮ ਦੇ ਲਈ ਜਾਂ ਆਪਣਿਆਂ ਦੇ ਵਾਸਤੇ ਕੁਰਬਾਨ ਹੋ ਜਾਣਾ, ਇਹ ਵੀ ਇੱਕ ਵੱਡੀ ਗੱਲ ਮੰਨੀ ਜਾਂਦੀ ਹੈ ਸੰਸਾਰ ਦੇ ਅੰਦਰ। ਪਰ ਪਰਾਏ ਧਰਮ ਨੂੰ ਬਚਾਉਣ ਦੇ ਵਾਸਤੇ ਡੁੱਬਦੇ ਹੋਏ ਜੰਜੋ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਾਉਣ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ। ਸੀਸ ਦਾ ਬਲੀਦਾਨ ਦੇ ਕਰਕੇ ਸਤਿਗੁਰਾਂ ਨੇ ਡੁੱਬਦੇ ਹੋਏ ਧਰਮ ਨੂੰ ਬਚਾਇਆ। ਐਸੀ ਲਾਸਾਨੀ ਸ਼ਹਾਦਤ ਸੰਸਾਰ ਦੇ ਅੰਦਰ ਕਿਸੇ ਵੀ ਨੇ ਕਰਨਾ ਕੀਤੀ। ਇਸ ਲਈ ਮਹਾਰਾਜ ਹਜੂਰ ਸਤਿਗੁਰੂ ਜੀ ਸਭ ਦੇ ਸਾਂਝੇ ਹਨ। ਮਹਾਰਾਜ ਕਹਿੰਦੇ ਸਤਿਗੁਰ ਆਪਣਾ ਸਦ ਸਦਾ ਮਨਾਵਹੁ। ਇਹ ਨਹੀਂ ਹੈ ਕਿ ਇਕੱਲੇ ਸਿੱਖਾਂ ਦੇ ਹੀ ਸਤਿਗੁਰੂ ਜੀ ਹਨ, ਇਕੱਲੇ ਸਿੱਖਾਂ ਦੇ ਸਹਾਇਕ ਹੋਣ ਵਾਲੇ ਹਨ। ਔਕੜ ਦੇ ਸਮੇਂ ਇਕੱਲੇ ਸਿੱਖਾਂ ਦੀ ਮਹਾਰਾਜ ਸਹਾਇਤਾ ਕਰਨ ਵਾਲੇ ਹਨ, ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਦੇ ਨਾਲ ਕੋਈ ਵੀ ਸਿੱਖ ਜਾਤ ਕਰਦਾ, ਕਿਸੇ ਮਜ਼ਹਬ ਦਾ, ਕਿਸੇ ਜਾਤੀ ਦਾ, ਕਿਸੇ ਧਰਮ ਦਾ, ਭਾਵੇਂ ਕੋਈ ਨੀਵੀਂ ਜਾਤ ਵਾਲਾ ਚਾਹੇ ਉੱਚੀ ਜਾਤ ਵਾਲਾ, ਜੇ ਹਿਰਦੇ ਹੋ ਕੇ ਪਿਆਰ ਭਾਵਨਾ ਸਹਿਤ ਹੋ ਕੇ ਸਤਿਗੁਰਾਂ ਨੂੰ ਯਾਦ ਕਰਦਾ ਹੈ, ਸਤਿਗੁਰੂ ਜੀ ਆਪ ਕਿਰਪਾ ਕਰਕੇ ਉਹਨਾਂ ਦੀ ਲੱਜਿਆ ਰੱਖਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਆਪਣਾ ਸਦ ਸਦਾ ਮਨਾਵਹੁ। ਹੇ ਜੀਵ, ਸਤਿਗੁਰੂ ਜੀ ਨੂੰ ਆਪਣੇ ਜਾਣ ਕਰਕੇ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਿਆ ਕਰ। ਕਿਉਂਕਿ ਜਿੱਥੇ ਮਹਾਰਾਜ ਸਾਹਿਬ ਜੀ ਨੇ ਸਹਾਇਕ ਬਣ ਜਾਣਾ ਹੈ, ਉੱਥੇ ਤੇਰੇ ਸਕੇ ਸੰਬੰਧੀ ਮਿੱਤਰ ਵੀ ਸਹਾਇਕ ਨਹੀਂ ਬਣ ਸਕਦੇ। ਸਤਿਗੁਰੂ ਜੀ ਦੀ ਸਮਰੱਥਾ ਸਭ ਥਾਵਾਂ ਤੇ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਮਹਾਰਾਜ ਸੱਚੇ ਪਾਤਸ਼ਾਹੀ ਦੀ ਸਰਬ ਕਲਾ ਸਮਰੱਥਾ ਹੈ। ਜਿੱਥੇ ਤੇਰੇ ਸੰਗੀਆਂ ਸਾਥੀਆਂ ਦਾ ਤੇਰਾ ਆਪਣਾ ਬਲ
ਜਾਂ ਫਿਰ ਸੰਸਾਰ ਦੇ ਦੈਵੀ ਸ਼ਕਤੀਆਂ ਦਾ ਬਲ ਜਿਨ੍ਹਾਂ ਦਾ ਆਸਰਾ ਲਗਾ ਕੇ ਬੈਠਾ ਹੋਇਆ, ਸਭ ਸੰਸਾਰ ਦੇ ਜੀਵਾਂ ਦਾ ਬਲ ਜਿੱਥੇ ਅਸਮਰੱਥ ਹੋ ਜਾਂਦਾ, ਉੱਥੇ ਸਤਿਗੁਰੂ ਜੀ ਦੀ ਸਮਰੱਥਾ ਉੱਥੇ ਕਲਾ ਵਰਤਦੀ ਹੈ। ਮਹਾਰਾਜ ਹਜੂਰ ਉਪਦੇਸ਼ ਦਿੰਦੇ ਹਨ, ਸਤਿਗੁਰ ਆਪਣਾ ਸਦ ਸਦਾ ਮਨਾਵਹੁ। ਹੇ ਪ੍ਰਾਣਾ ਤਾਰੀ ਜੀਵ, ਸਤਿਗੁਰੂ ਜੀ ਨੂੰ ਆਪਣੇ ਜਾਣ ਕਰਕੇ ਕਿ ਮਹਾਰਾਜ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭ ਨੇ ਥਾਏ, ਤਾਂ ਭਾਉ ਕਿਹਾ ਕਾੜਾ ਜੀਓ। ਐਸੀ ਮਨ ਵਿੱਚ ਭਾਵਨਾ ਬਣਾ ਕੇ ਕਿ ਗਰੀਬ ਨਿਵਾਜ ਸਤਿਗੁਰੂ ਜੀ ਆਪ ਹੀ ਸਾਡੇ ਮਾਤਾ ਪਿਤਾ ਸਵਰੂਪ ਹੋ। ਮਹਾਰਾਜ ਆਪ ਹੀ ਸਾਡੇ ਭੈਣ ਭਾਈ ਸਰੂਪ ਹੋ। ਆਪ ਹੀ ਮਹਾਰਾਜ ਸਰਬ ਥਾਵਾਂ ਤੇ ਸਾਡੀ ਰੱਖਿਆ ਕਰਨ ਵਾਲੇ ਹੋ। ਇਹ ਮਨ ਵਿੱਚ ਭਾਵਨਾ ਬਣਾ ਕੇ ਸਤਿਗੁਰੂ ਜੀ ਦੀ ਸੇਵਾ ਕਰਿਆ ਕਰ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਸਤਿਗੁਰ ਕਾ ਸੱਚ ਸ਼ਬਦ ਕਮਾਵਹੁ। ਸਤਿਗੁਰੂ ਜੀ ਦਾ ਜੋ ਸੱਚਾ ਉਪਦੇਸ਼ ਹੈ, ਇਹਨੂੰ ਸਦਾ ਲਈ ਜੀਵਨ ਦੇ ਵਿੱਚ ਕਮਾਉਣਾ ਕਰੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਹੇ ਜੀਵ, ਜੇ ਭੈਦਾਇਕ ਸੰਸਾਰ ਸਾਗਰ ਤੋਂ ਪਾਰ ਹੋਣਾ ਚਾਹੁੰਦਾ ਹੈ ਨਾ, ਤੇ ਫਿਰ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਿਆ ਕਰ। ਜਿਨ੍ਹਾਂ ਨੇ ਸਤਿਗੁਰੂ ਜੀ ਦਾ ਉਪਦੇਸ਼ ਕਮਾ ਲਿਆ, ਪ੍ਰਮਾਤਮਾ ਉਹਨਾਂ ਨੂੰ ਸਦਾ ਹੀ ਨੇੜੇ ਤੋਂ ਨੇੜੇ ਨਜ਼ਰ ਆਉਣ ਲੱਗ ਪਿਆ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਵੇਖ। ਉਹਨਾਂ ਦੇ ਹਿਰਦੇ ਅੰਦਰ ਫਿਰ ਭੈ ਤੇ ਪ੍ਰੇਮ ਪੈਦਾ ਹੋ ਗਿਆ। ਜਿਨ੍ਹਾਂ ਨੇ ਸਤਿਗੁਰੂ ਜੀ ਦਾ ਉਪਦੇਸ਼ ਕਮਾਇਆ ਹੈ, ਤੇ ਭੈ ਤੋਂ ਬਿਨਾਂ ਸਾਧ ਸੰਗਤ ਜੀ ਕਦੇ ਪ੍ਰੇਮ ਪੈਦਾ ਹੋ ਹੀ ਨਹੀਂ ਸਕਦਾ। ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਨਾ, ਜਿਨ ਮਨ ਭਾਓ ਤਿਨਾ ਮਨ ਭਾਓ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਦਾ ਭੈ ਬਣਿਆ ਰਹਿੰਦਾ, ਸਤਿਗੁਰੂ ਜੀ ਦਾ ਡਰ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ ਹਨ, ਕਿ ਜੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਬਖਸ਼ੀ ਹੋਈ ਮਰਜ਼ਾਦਾ ਦੀ ਉਲੰਘਣਾ ਕੀਤੀ ਤੇ ਸਤਿਗੁਰੂ ਜੀ ਸਾਨੂੰ ਦੰਡ ਦੇਣਗੇ। ਮਹਾਰਾਜ ਸੱਚੇ ਪਾਤਸ਼ਾਹ ਸਦਾ ਹੀ ਸਾਨੂੰ ਦੇਖ ਰਹੇ ਹੈ, ਸਦਾ ਹੀ ਸਾਨੂੰ ਸੁਣ ਰਹੇ ਹਨ। ਗਰੀਬ ਨਿਵਾਜ ਸਤਿਗੁਰੂ ਜੀ ਸਦਾ ਹੀ ਹਾਜ਼ਰ ਨਾਜ਼ਰ ਹਨ। ਜੇ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੀ ਉਲੰਘਣਾ ਕਰਾਂਗੇ ਤੇ ਸਤਿਗੁਰੂ ਜੀ ਸਾਨੂੰ ਤਾੜਨਾ ਕਰਨਗੇ। ਗਰੀਬ ਨਿਵਾਜ ਸਤਿਗੁਰੂ ਜੀ ਸਾਨੂੰ ਸਜ਼ਾ ਦੇਣਗੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਸਾਨੂੰ ਨਿਰਾਸ਼ਤਾ ਪ੍ਰਾਪਤ ਹੋਵੇਗੀ। ਇਹ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੀ ਮਨ ਦੇ ਅੰਦਰ ਭੈ ਪੈਦਾ ਹੁੰਦਾ, ਤੇ ਜਦੋਂ ਭੈ ਪੈਦਾ ਹੋਣ ਲੱਗ ਪੈਂਦਾ, ਫਿਰ ਸਹਿਜੇ ਸਹਿਜੇ ਪ੍ਰੇਮ ਵੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਸ਼ੁਰੂ ਹੋ ਜਾਂਦਾ ਹੈ। ਗਰੀਬ ਨਿਵਾਜ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਨਾ, ਕਿ ਜਿਸ ਪ੍ਰੇਮ ਕਰਕੇ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਉਹ ਪ੍ਰੇਮ ਸਤਿਗੁਰਾਂ ਦੇ ਭੈ ਤੋਂ ਹੀ ਜਨਮ ਲੈਂਦਾ। ਜੇ ਮਹਾਰਾਜ ਸਾਹਿਬ ਜੀ ਦਾ ਭੈ ਧਾਰਨ ਕਰਕੇ ਰੱਖਦਾ, ਜੇ ਮਨ ਵਿੱਚ ਡਰ ਹੀ ਨਹੀਂ, ਤੇ ਫਿਰ ਤਾਂ ਮਾਨਾਈਆਂ ਹੀ ਕਰਨੀਆਂ ਆ ਨਾ। ਫਿਰ ਤਾਂ ਹਰ ਸਮੇਂ ਜ਼ਿੰਦਗੀ ਭਰ ਮਨ ਮਤਾਂ ਕਰਦਾ ਰਹਿੰਦਾ। ਮਨ ਨੂੰ ਪ੍ਰਸੰਨ ਕਰਨ ਦੇ ਵਾਸਤੇ ਜੀਵ ਸੰਸਾਰ ਦੇ ਉਹ ਕਰਮ ਕਰਦਾ ਰਹਿੰਦਾ ਹੈ, ਜਿਨ੍ਹਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਵਿਵਰਜਿਤ ਕਰਕੇ ਰੱਖਦੇ ਹਨ, ਜਿਨ੍ਹਾਂ ਤੋਂ ਗਰੀਬ ਨਿਵਾਜ ਸਤਿਗੁਰੂ ਜੀ ਤਾੜਨਾ ਕਰਕੇ ਰੱਖਦੇ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਮਾਨਾਈਆਂ ਕਰਦਾ ਰਹਿੰਦਾ, ਜ਼ਿੰਦਗੀ ਆਪਣੀ ਇਸੇ ਤਰ੍ਹਾਂ ਆਕਾਰ ਤੇ ਹੀ ਬਤੀਤ ਕਰ ਦਿੰਦਾ। ਸੋ ਇਸ ਲਈ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਸਤਿਗੁਰ ਕਾ ਸੱਚ ਸ਼ਬਦ ਕਮਾਵਹੁ। ਇਹ ਜੀਵ ਸਤਿਗੁਰੂ ਜੀ ਦਾ ਜੋ ਉਪਦੇਸ਼ ਹੈ ਨਾ, ਇਹ ਸੱਚਾ ਜਾਣ ਕੇ ਜੀਵਨ ਦੇ ਵਿੱਚ ਕਮਾਈ ਕਰਿਆ ਕਰ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸਤ ਕਰਕੇ ਮੰਨਿਆ ਕਰ। ਥਿਰ ਕਰ ਬੈਠੇ ਪ੍ਰਭ ਆਪਣਾ ਪਾਵਹੁ। ਸਤਿਗੁਰਾਂ ਦਾ ਉਪਦੇਸ਼ ਕਮਾਉਣੇ ਕਰਕੇ ਫਲ ਕੀ ਪ੍ਰਾਪਤ ਹੁੰਦਾ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਥਿਰ ਕਰ ਬੈਠੇ ਪ੍ਰਭ ਆਪਣਾ ਪਾਵਹੁ। ਹੇ ਜੀਵ, ਬਾਹਰ ਭਟਕਣ ਦੀ ਲੋੜ ਨਹੀਂ ਪਵੇਗੀ। ਦੁਨੀਆ ਦੇ ਹੋਰ ਸਾਧਨ ਦੀ ਲੋੜ ਨਹੀਂ ਪਵੇਗੀ। ਹੋਰ ਸੰਸਾਰ ਦੇ ਕਰਮ ਕਾਂਡਾਂ ਵਹਿਮਾਂ ਭਰਮਾਂ ਵਿੱਚ ਪੈਣੇ ਦੀ ਲੋੜ ਨਹੀਂ ਪਵੇਗੀ। ਜੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਕਮਾ ਲਵੇ, ਥਿਰ ਘਰ ਬੈਠੇ। ਮਹਾਰਾਜ ਕਹਿੰਦੇ ਘਰ ਬੈਠਿਆਂ ਹੋਇਆਂ ਹੀ ਆਪਣੇ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਕਰ ਲਵੋਗੇ। ਥਿਰ ਘਰ ਬੈਠੋ, ਸਤ ਸੰਗਤ ਵਿੱਚ ਟਿਕ ਕਰਕੇ ਪਰਮੇਸ਼ਰ ਦਾ ਜਸ ਸਰਵਣ ਕਰਨੇ ਕਰਕੇ, ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਨੇ ਦੇ ਨਾਲ ਪ੍ਰਭ ਆਪਣਾ ਪਾਵਹੁ।
हे ਜੀਵ ਆਪਣੇ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਕਰ ਲਵਾਂਗੇ। ਜੇ ਮਹਾਰਾਜ ਸਤਿਗੁਰੂ ਜੀ ਦੀ ਸਤ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦਾ ਉਪਦੇਸ਼ ਸਰਵਣ ਕਰਦਾ ਹੈ, ਵਾਹਿਗੁਰੂ ਦਾ ਜਸ ਨੂੰ ਪਿਆਰ ਦੇ ਸਹਿਤ ਹੋ ਕਰਕੇ ਸੁਣਦਾ ਹੈ, ਐਸੀ ਮਹਾਨ ਸਤਿਗੁਰੂ ਜੀ ਦੇ ਉਪਦੇਸ਼ ਦੀ ਵਡਿਆਈ ਹੈ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਹਜੂਰ ਆਨੰਦ ਸਾਹਿਬ ਪਾਵਨ ਬਾਣੀ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਆ। ਆਪਣੇ ਮਨ ਦੇ ਤਾਈਂ ਲੈ ਕੇ ਮਹਾਰਾਜ ਸਾਹਿਬ ਜੀ ਨੇ ਐਸਾ ਉਪਦੇਸ਼ ਬਖਸ਼ਿਸ਼ ਕੀਤਾ। ਜੇ ਕਿਤੇ ਜੀਵ ਮਹਾਰਾਜ ਜੀ ਦਾ ਉਪਦੇਸ਼ ਕਮਾ ਲਵੇ ਨਾ, ਫਿਰ ਹਰ ਇੱਕ ਸਵਾਸ ਦੇ ਨਾਲ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ, ਹਰ ਇੱਕ ਸਵਾਸ ਦੇ ਨਾਲ ਰੱਬੀ ਯਾਦ ਵਿੱਚ ਜੁੜਦਾ ਹੈ। ਇੱਕ ਵੀ ਸਵਾਸ ਫਿਰ ਖਾਲੀ ਨਹੀਂ ਜਾਣ ਦਿੰਦਾ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮਹਾਰਾਜ ਕਹਿੰਦੇ ਹੈ, ਮੇਰੇ ਪਿਆਰੇ ਮਨਾ ਤੂੰ ਸਦਾ ਜੀਵਨ ਭਰ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ। ਜਿਸ ਪਰਿਵਾਰ ਦਾ ਤੂੰ ਮਾਣ ਕਰਦਾ, ਜਿਸ ਧੀਆਂ ਪੁੱਤਰਾਂ ਦਾ, ਜਿਸ ਸਰੀਰਾਂ ਦਾ ਤੂੰ ਮੋਹ ਕਰੀ ਬੈਠਾ ਹੈ, ਮਹਾਰਾਜ ਜੀ ਦੀ ਸਤ ਸੰਗਤ ਵਿੱਚ ਨਹੀਂ ਜੁੜਦਾ, ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ। ਇਹ ਤੇਰੇ ਨਾਲ ਚੱਲਣ ਵਾਲਾ ਨਹੀਂ ਹੈ। ਤੇ ਜੇ ਮਹਾਰਾਜ ਕਹਿੰਦੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈ ਹੈ। ਜੇ ਤੇਰੇ ਨਾਲ ਹੀ ਨਹੀਂ ਚੱਲਣਾ ਤਾਂ ਫਿਰ ਸਰੀਰਾਂ ਦੇ ਨਾਲ ਕਾਹਦਾ ਚਿਤ ਲਾਈ ਬੈਠਾ ਹੈ। ਅੰਤ ਸਮੇਂ ਤੇਰੇ ਨਾਲ ਕਿਸੇ ਨੇ ਜਾਣਾ ਹੀ ਨਹੀਂ ਤੇ ਫਿਰ ਤੂੰ ਪਰਮਾਤਮਾ ਨੂੰ ਚੇਤੇ ਕਰਿਆ ਕਰ। ਫਿਰ ਐਵੇਂ ਝੂਠਾ ਸਰੀਰਾਂ ਦਾ ਮੋਹ ਦੇ ਵਿੱਚ ਹਰ ਸਮੇਂ ਗਲਤਾਨ ਹੋਇਆ ਰਹਿੰਦਾ। ਸਾਰ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਮੂਲੇ ਕਹੀਏ ਕਿ ਕਾਦਾ ਚਿਤ ਭੁੱਲ ਕਰਕੇ ਵੀ ਐਸਾ ਕਿਤੇ ਕਰਮ ਨਾ ਕਰੇ ਜਿਸ ਕਰਕੇ ਬਾਅਦ ਵਿੱਚ ਤੈਨੂੰ ਪਛਤਾਤਾਪ ਕਰਨਾ ਪਵੇ, ਬਾਅਦ ਵਿੱਚ ਤੈਨੂੰ ਪਛਤਾਉਣਾ ਪਵੇ। ਮਹਾਰਾਜ ਹਜੂਰ ਕਹਿੰਦੇ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। हे ਮੇਰੇ ਪਿਆਰੇ ਮਨਾ ਤੂੰ ਸਦਾ ਜੀਵਨ ਪਰਯੰਤ ਪਰਮਾਤਮਾ ਨੂੰ ਚੇਤੇ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਿਆ ਕਰ। ਜਿਸ ਵਾਹਿਗੁਰੂ ਦੇ ਸਿਮਰਨ ਨੇ ਹੀ ਤੇਰੇ ਅੰਗ ਸੰਗ ਨਾਲ ਨਿਭਣਾ, ਲੋਕ ਪਰਲੋਕ ਵਿੱਚ ਤੇਰੀ ਰੱਖਿਆ ਕਰਨੀ ਹੈ, ਐਸਾ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਫਿਰ ਘਰ ਬੈਠੇ ਪ੍ਰਭ ਆਪਣਾ ਪਾਵਹੁ। ਪਰ ਮਹਾਰਾਜ ਕਹਿੰਦੇ ਐਸਾ ਉਪਦੇਸ਼ ਤਾਂ ਪ੍ਰਾਪਤ ਹੁੰਦਾ ਹੈ ਜੇ ਸਤ ਸੰਗਤ ਰੂਪੀ ਘਰ ਦੇ ਵਿੱਚ ਆ ਕੇ ਜੀਵ ਟਿਕਦਾ ਹੈ। ਜੇ ਥਿਰ ਘਰ ਬੈਠਾ ਹੋ, ਜਿਵੇਂ ਸਤਿਗੁਰੂ ਜੀ ਨੇ ਉਚਾਰਨ ਕੀਤਾ ਨਾ, ਇਹ ਜੀਵ ਆਪਣੇ ਨਿਜ ਸਰੂਪ ਘਰ ਦੇ ਵਿੱਚ ਟਿਕਣਾ ਕਰ, ਪਰਮਾਤਮਾ ਆਪ ਤੇਰੇ ਤੇ ਬਖਸ਼ਿਸ਼ ਕਰੇਗਾ। ਥਿਰ ਘਰ ਬੈਸਹੁ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਐਸਾ ਉਹ ਪਰਮਾਤਮਾ ਅਕਾਲ ਪੁਰਖ ਗਰੀਬ ਨਵਾਜ ਸਤਿਗੁਰੂ ਜੀ ਹੈ। ਜੇ ਮਹਾਰਾਜ ਜੀ ਦੀ ਸਤ ਸੰਗਤ ਰੂਪੀ ਘਰ ਦੇ ਵਿੱਚ ਆ ਕੇ ਜੀਵ ਟਿਕਦਾ ਹੈ ਤੇ ਮਹਾਰਾਜ ਕਹਿੰਦੇ ਉਹ ਜੀਵ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ। ਪਰ ਕਾ ਬੁਰਾ ਨਾ ਰਾਖੋ ਚੀਤ। ਇਹ ਜੀਵ ਪਰਾਏ ਕਿਸੇ ਦਾ ਵੀ ਮਨ ਦੇ ਵਿੱਚ ਕੋਈ ਬੁਰਾ ਨਾ ਭਾਵਨਾ, ਕੋਈ ਖਿਆਲ ਰੱਖਿਆ ਕਰ। ਪਰ ਕਾ ਬੁਰਾ ਨਾ ਰਾਖੋ ਚੀਤ। ਜੇ ਕਿਸੇ ਦਾ ਭਲਾ ਨਹੀਂ ਨਾ ਕਰ ਸਕਦਾ ਤੇ ਕਿਸੇ ਦਾ ਬੁਰਾ ਵੀ ਚਿੱਤ ਵਿੱਚ ਨਾ ਚਿਤਵਿਆ ਕਰ। ਕਿਸੇ ਦਾ ਬੁਰਾ ਵੀ ਸੋਚਿਆ ਨਾ ਕਰ। ਕਰਨਾ ਤਾਂ ਦੂਰ ਦੀ ਗੱਲ ਹੈ, ਪਰ ਕਾ ਬੁਰਾ ਨਾ ਰਾਖੋ ਚੀਤ। ਚਿੱਤ ਵਿੱਚ ਵੀ ਕਦੇ ਮਨ ਵਿੱਚ ਮਹਾਰਾਜ ਕਹਿੰਦੇ ਸੋਚਿਆ ਤੱਕ ਵੀ ਨਾ ਕਰ। ਜੇ ਕਿਸੇ ਦਾ ਭਲਾ ਨਹੀਂ ਕਰਨ ਜੋਗਾ, ਕਿਸੇ ਦੀ ਭਲਾ ਕਰਨ ਦੀ ਤੇਰੇ ਕੋਲ ਸਮਰੱਥਾ ਨਹੀਂ ਹੈ, ਬਲ ਨਹੀਂ ਹੈ, ਸ਼ਕਤੀ ਨਹੀਂ ਹੈ, ਤੇ ਬੁਰਾ ਸੋਚਿਆ ਤੱਕ ਵੀ ਨਾ ਕਰ। ਕਿੰਨੀ ਮਹਾਰਾਜ ਸੱਚੇ ਪਾਤਸ਼ਾਹ ਤਾੜਨਾ ਕਰ ਰਹੇ ਹੈ, ਕਿਉਂਕਿ ਕਿਸੇ ਦਾ ਸਾਧ ਸੰਗਤ ਜੀ ਬੁਰਾ ਕਰਨਾ ਉਹ ਤਾਂ ਬੜੀ ਦੂਰ ਦੀ ਗੱਲ, ਬੁਰਾ ਸੋਚ ਲੈਣਾ ਵੀ ਕਿੰਨਾ ਮਾੜਾ ਕਰਮ ਹੈ, ਕਿੰਨਾ ਭਾਰੀ ਗੁਨਾਹ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ। ਹੇ ਜੀ ਪਰਾਏ ਕਿਸੇ ਦਾ ਕਦੇ ਮਨ ਕਰਕੇ ਵੀ ਕਿਸੇ ਦਾ ਬੁਰਾ ਨਾ ਸੋਚਿਆ ਕਰ। ਤੁਮ ਕੋ ਦੁਖ ਨਹੀਂ ਭਾਈ ਮੀਤ। ਤੇ ਮਹਾਰਾਜ ਜੇ ਕਿਸੇ ਦਾ ਬੁਰਾ ਸੋਚਾਂਗੇ ਨਾ, ਚਿਤਵਾਂਗੇ ਨਾ, ਤੇ ਫਲ ਕੀ ਪ੍ਰਾਪਤ ਹੋਵੇਗਾ।
ਸਤਿਗੁਰੂ ਜੀ ਕਹਿੰਦੇ ਤੁਮ ਕੋ ਦੁਖ ਨਹੀਂ ਭਾਈ ਮੀਤ। हे ਮੇਰੇ ਭਾਈ ਜਾਨੋ, हे ਮਿੱਤਰ ਜਾਨੋ, ਸਤਿਗੁਰੂ ਜੀ ਕਹਿੰਦੇ हे ਗੁਰਸਿੱਖੋ, ਤੁਹਾਨੂੰ ਕੋਈ ਦੁੱਖ ਨਹੀਂ ਲੱਗੇਗਾ। ਪਰਮਾਤਮਾ ਤੁਹਾਨੂੰ ਕੋਈ ਦੁੱਖ ਨਹੀਂ ਲੱਗਣ ਦੇਵੇਗਾ ਜੇ ਕਿਤੇ ਕਿਸੇ ਪਰਾਏ ਦਾ ਬੁਰਾ ਨਾ ਕੋਈ ਤੇ ਸੋਚਣਾ ਕਰੋਗੇ, ਸਭ ਦਾ ਭਲਾ ਹੀ ਮੰਗੋਗੇ। ਤਾਂ ਹੀ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਗੁਰੂ ਘਰ ਸਦਾ ਹੀ ਸਰਬੱਤ ਦਾ ਭਲਾ ਮੰਨਿਆ ਜਾਂਦਾ ਹੈ। ਹਰ ਰੋਜ਼ ਅਸੀਂ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਅਰਦਾਸ ਕਰਦੇ ਆ ਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਰਬੱਤ ਦਾ ਭਲਾ ਮੰਗਦੀਆਂ ਹਨ। ਭਾਵੇਂ ਕੋਈ ਸਾਧ ਸੰਗਤ ਜੀ ਭਲਾ ਹੈ, ਭਾਵੇਂ ਕੋਈ ਬੁਰਾ ਹੈ, ਆਪਣਾ ਹੈ ਚਾਹੇ ਪਰਾਇਆ ਹੈ, ਸਭ ਦਾ ਭਲਾ ਮੰਗਣਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਸਿਖਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਤੁਮ ਕੋ ਦੁੱਖ ਨਹੀਂ ਭਾਈ ਮੀਤ। हे ਜੀਵ, ਤੈਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਆ ਕਰਕੇ ਚੰਬੜੇਗਾ, ਤੈਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਨਹੀਂ ਹੋਣਾ ਕਰੇਗੀ ਜੇ ਕਿਸੇ ਦਾ ਤੂੰ ਬੁਰਾ ਨਹੀਂ ਸੋਚੇਂਗਾ। ਪਰਮਾਤਮਾ ਆਪ ਤੈਨੂੰ ਦੁੱਖਾਂ ਤੋਂ ਰਹਿਤ ਕਰਨਾ ਕਰੇਗਾ। ਹਰ ਹਰ ਤੰਤ ਮੰਤ ਗੁਰ ਦੀਨਾ। ਹਰੀ ਪਰਮੇਸ਼ਰ ਦਾ ਨਾਮ ਰੂਪੀ ਜਿਹੜਾ ਤੰਤਰ ਹੈ ਨਾ, ਸਭ ਤੋਂ ਸ਼੍ਰੋਮਣੀ ਮੰਤਰ ਹੈ। ਪੂਰੇ ਸਤਿਗੁਰੂ ਜੀ ਨੇ ਇਹ ਦਾਤ ਬਖਸ਼ਿਸ਼ ਕੀਤੀ ਹੈ। ਮਹਾਰਾਜ ਜਿਵੇਂ ਤੰਤਰ ਸਾਧ ਸੰਗਤ ਜੀ 3-4 ਔਸ਼ਧੀਆਂ ਨੂੰ ਮਿਲਾ ਕੇ ਉਹਨੂੰ ਤੰਤਰ ਕਹਿ ਦਿੱਤਾ ਜਾਂਦਾ, ਤੇ ਜਿਹੜਾ ਮੰਤਰ ਹੈ ਭਾਵ ਜਿਸ ਨੂੰ ਨਾਮ ਦੀ ਸ਼ਕਤੀ ਕਿਹਾ ਜਾਂਦਾ ਹੈ। ਕੋਈ ਦੇਵੀ ਦੇਵਤਿਆਂ ਦਾ ਮੰਤਰ ਪ੍ਰਾਪਤ ਕਰਦਾ ਹੈ, ਕੋਈ ਕਿਸੇ ਤੋਂ ਮੰਤਰ ਪ੍ਰਾਪਤ ਕਰਦਾ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪੂਰੇ ਸਤਿਗੁਰੂ ਜੀ ਨੂੰ ਜੋ ਸਾਨੂੰ ਨਾਮ ਮੰਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਕਿਉਂਕਿ ਗੁਰਬਾਣੀ ਵੀ ਸਤਿਗੁਰੂ ਜੀ ਦੇ ਬਚਨ ਹਨ, ਛੱਤੀ ਜੁਗ ਕੀਓ ਗੁਬਾਰੈ, ਤਾੜੀ ਲਾਈ ਸਿਰਜਨਹਾਰੈ, ਧੁੰਦੂ ਕਾਰ ਨਿਰਾਲਮ ਬੈਠਾ ਨਾ, ਤਦ ਧੰਦ ਪਸਾਰਾ ਹੈ। 9 ਯੁਗ ਸਾਧ ਸੰਗਤ ਜੀ ਇੱਕ ਇੱਕ ਅੱਖਰ ਦਾ ਜਾਪ ਕੀਤਾ ਅਕਾਲ ਪੁਰਖ ਪ੍ਰਮਾਤਮਾ ਜੀ ਨੇ 9 ਯੁਗਾਂ ਦੇ ਵਿੱਚ। ਜਿਵੇਂ ਸਭ ਤੋਂ ਪਹਿਲਾਂ ਸਤਿਯੁਗ ਦੇ ਵਿੱਚ ਵਾਸਦੇਵ ਦਾ ਜਾਪ ਕੀਤਾ ਜਾਂਦਾ ਸੀ, ਉਹਦਾ ਮੁਖੀ ਅੱਖਰ ਵਾਹ ਲੈ ਲੈਣਾ ਕੀਤਾ ਵਾਹ। ਫਿਰ ਤ੍ਰੇਤੇ ਦੇ ਵਿੱਚ ਹਰ ਹਰ ਦਾ ਜਾਪ ਕੀਤਾ ਜਾਂਦਾ ਸੀ, ਉਹਦਾ ਅੱਖਰ ਲਿਆ ਹਾ। ਫਿਰ ਸਾਧ ਸੰਗਤ ਦੁਆਪਰ ਦੇ ਵਿੱਚ ਗੋਬਿੰਦ ਦਾ ਜਾਪ ਕੀਤਾ ਜਾਂਦਾ ਸੀ। ਕਲਯੁਗ ਦੇ ਸਮੇਂ ਅੰਦਰ ਰਾਮ ਦਾ ਜਾਪ ਕੀਤਾ ਜਾਂਦਾ। ਇਹਨਾਂ ਦੇ ਮੁਖੀ ਅੱਖਰ ਲੈ ਲੈ ਕਰਕੇ ਮਹਾਰਾਜ ਸਾਹਿਬ ਜੀ ਨੇ ਵਾਹਿਗੁਰੂ ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ ਹੈ। ਐਸਾ ਸਭ ਤੋਂ ਸ਼੍ਰੋਮਣੀ ਜੋ ਮੰਤਰ ਹੈ ਪੂਰੇ ਸਤਿਗੁਰੂ ਜੀ ਨੇ ਜਿਨ੍ਹਾਂ ਦੇ ਹਿਰਦੇ ਅੰਦਰ ਬਖਸ਼ਿਸ਼ ਕੀਤਾ ਹੈ। ਇਹੋ ਸੁਖ ਨਾਨਕ ਆਨ ਦਿਨ ਚੀਨਾ। ਹਜੂਰ ਕਹਿੰਦੇ ਉਹਨਾਂ ਨੇ ਇਸ ਨਾਮ ਮੰਤਰ ਦੇ ਵਿੱਚ ਹੀ ਜੀਵਨ ਦਾ ਪਰਮ ਸੁਖ ਮੰਨਿਆ ਹੈ ਕਿ ਸਭ ਤੋਂ ਵੱਡਾ ਪਰਮੇਸ਼ਰ ਦੇ ਨਾਮ ਮੰਤਰ ਦੇ ਵਿੱਚ ਸੁਖ ਹੈ। ਅਨ ਦਿਨ ਚੀਨਾ, ਰਾਤ ਵੀ ਦਿਨੇ ਵੀ ਪਰਮੇਸ਼ਰ ਦੇ ਨਾਮ ਮੰਤਰ ਦੇ ਵਿੱਚ ਸੁਖ ਜਾਣਦੇ ਹੈ ਕਿ ਜੋ ਸੁਖ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਹੈ, ਵਾਹਿਗੁਰੂ ਮੰਤਰ ਦੇ ਵਿੱਚ ਹੈ, ਉਹ ਸੁਖ ਹੋਰ ਕਿਸੇ ਵੀ ਸੰਸਾਰ ਦੇ ਤੰਤਰਾਂ ਮੰਤਰਾਂ ਦੇ ਵਿੱਚੋਂ ਨਹੀਂ ਪ੍ਰਾਪਤ ਹੋਣ ਵਾਲਾ। ਠੀਕ ਹੈ ਸਾਧ ਸੰਗਤ ਜੀ, ਜਿਹੜੇ ਕੋਈ ਟੂਣੇ ਟਾਮਣ ਤੰਤਰ ਮੰਤਰ ਸਿੱਧ ਕਰਦੇ ਆ ਨਾ ਸੰਸਾਰ ਦੇ ਲੋਕ, ਉਹ ਸੁੱਖ ਤੇ ਭਾਵੇਂ ਉਹਨਾਂ ਨੂੰ ਵੀ ਮਿਲ ਜਾਂਦਾ ਕਿਸੇ ਪਦਾਰਥ ਦਾ, ਕਿਸੇ ਵਸਤੂਆਂ ਦੀ ਇਕੱਤਰਤਾ ਕਰਨੇ ਦਾ, ਕਿਸੇ ਨੂੰ ਵਸ ਵਿੱਚ ਕਰਨੇ ਦਾ, ਪਰ ਉਹ ਸਦਾ ਰਹਿਣ ਵਾਲਾ ਸੁੱਖ ਥੋੜ੍ਹਾ ਹੁੰਦਾ ਹੈ। ਤੁਸ਼ਕ ਮਾਤਰ ਸਮੇਂ ਦਾ ਸੁੱਖ ਹੁੰਦਾ ਹੈ, ਪਰ ਜੋ ਵਾਹਿਗੁਰੂ ਮੰਤਰ ਦਾ ਪਰਮ ਸੁੱਖ ਹੈ ਇਹ ਸਦੀਵੀ ਕਾਲ ਰਹਿਣ ਵਾਲਾ ਹੈ। ਮਹਾਰਾਜ ਕਹਿੰਦੇ ਇਹਦੇ ਸਮਾਨ ਕੋਈ ਦੁਨੀਆ ਦੇ ਤੰਤਰ ਮੰਤਰਾਂ ਦਾ, ਟੂਣੇ ਟਾਮਣਾ ਦਾ, ਜੰਤਰਾਂ ਮੰਤਰਾਂ ਦਾ ਕੋਈ ਵੀ ਇਹਨਾਂ ਦੇ ਸਮਾਨ ਨਹੀਂ ਪੁੱਜ ਸਕਦਾ। ਜੋ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਦਾਤ ਬਖਸ਼ਿਸ਼ ਕੀਤੀ ਹੈ, ਇਹੋ ਸੁਖ ਨਾਨਕ ਅਨ ਦਿਨ ਚੀਨਾ। ਇਹੋ ਕਹਿੰਦੇ ਹਿਰਦੇ ਦਾ ਸੁਖ ਹੈ, ਹਿਰਦੇ ਦੀ ਆਨੰਦਤਾ ਹੈ ਜੋ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਸਾਨੂੰ ਨਾਮ ਮੰਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਸਾ ਮਹੱਲਾ ਪੰਜਵਾ। ਜਿਸ ਨੀਚ ਕੋ ਕੋਈ ਨਾ ਜਾਣੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹਨ, ਪਰਮੇਸ਼ਰ ਦੇ ਨਾਮ ਦੀ ਵਡਿਆਈ ਕਥਨ ਕਰ ਰਹੇ ਹੈ। ਜਿਸ ਨੀਚ ਕੋ ਕੋਈ ਨਾ ਜਾਣੈ।
ਜਿਸ ਨੀਵੀਂ ਜਾਤ ਵਾਲੇ ਨੂੰ ਜਾਂ ਆਚਰਣ ਕਰਕੇ ਨੀਵੇਂ ਨੀਚ ਗਿਰੇ ਹੋਏ ਇਨਸਾਨ ਨੂੰ ਸੰਸਾਰ ਦੇ ਅੰਦਰ ਕੋਈ ਵੀ ਜਾਣਦਾ ਨਹੀਂ ਹੈ। ਕੋਈ ਉਹਨੂੰ ਆਪਣੇ ਨੇੜੇ ਵੀ ਬਿਠਾ ਕਰਕੇ ਖੁਸ਼ ਨਹੀਂ, ਕੋਈ ਨਾਮ ਨਹੀਂ ਉਹਦਾ ਜਾਣਦਾ। ਹਰ ਕੋਈ ਉਹਨੂੰ ਨੀਵਾਂ ਜਾਣਦਾ ਕਿ ਨੀਵੀਂ ਜਾਤ ਦੇ ਵਿੱਚ ਜਨਮਿਆ, ਇਹਦਾ ਆਚਰਣ ਵੀ ਨੀਵਾਂ ਗਿਰਿਆ ਹੋਇਆ। ਮਹਾਰਾਜ ਕਹਿੰਦੇ ਐਸਾ ਜਿਹੜਾ ਨੀਚ ਹੈ ਉਹਨੂੰ ਭਾਵੇਂ ਕੋਈ ਵੀ ਸੰਸਾਰ ਅੰਦਰ ਜਾਣਦਾ ਨਹੀਂ ਹੈ। ਨਾਮ ਜਪਤ ਉਹ ਚਾਹੋ ਕੁੰਟ ਮਾਨੈ। ਪਰ ਜੇ ਵਾਹਿਗੁਰੂ ਦਾ ਨਾਮ ਜਪ ਲੈਂਦਾ ਉਹ ਦਸਾਂ ਦਿਸ਼ਾਵਾਂ ਦੇ ਵਿੱਚ ਜਾਣਿਆ ਜਾਂਦਾ ਹੈ, ਸਭ ਦੇ ਪੂਜਣ ਯੋਗ ਹੋ ਜਾਂਦਾ ਹੈ ਜੋ ਪਰਮੇਸ਼ਰ ਦਾ ਨਾਮ ਜਪਦਾ ਹੈ। ਇਹ ਪਰਮਾਤਮਾ ਦੇ ਨਾਮ ਦੀ ਪਰਮ ਵਡਿਆਈ ਹੈ। ਗਰੀਬ ਨਵਾਜ ਸਤਿਗੁਰਾਂ ਨੇ ਉਚਾਰਨ ਕੀਤਾ ਨਾ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ, ਜਾ ਕੀ ਛੋਤ ਜਗਤ ਕਉ ਲਾਗੈ ਤਾਂ ਪਰ ਤੁਹੀ ਟਰੈ, ਨੀਚਹਿ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਪਰਮਾਤਮਾ ਨੀਵਿਆਂ ਨੂੰ ਉੱਚੇ ਕਰ ਦਿੰਦਾ। ਨੀਵੀਂ ਜਾਤ ਦੇ ਵਿੱਚ ਭਾਵੇਂ ਜਨਮ ਹੋਇਆ, ਪਰ ਜੇ ਪਰਮਾਤਮਾ ਦੀ ਬੰਦਗੀ ਕੀਤੀ ਹੈ, ਸੰਸਾਰ ਦੇ ਪੂਜਣ ਯੋਗ ਹੋ ਗਏ। ਐਸੇ ਬੰਦਗੀ ਕਰਨ ਵਾਲੇ ਸਤਿਪੁਰਸ਼ ਹਨ। ਸਤ ਸੰਗਤ ਜੀ, ਭਗਤ ਨਾਮਦੇਵ ਜੀ ਦਾ ਜੀਵਨ ਪੜ੍ਹ ਕਰਕੇ ਦੇਖ ਲਈਏ, ਭਾਵੇਂ ਸਮੇਂ ਦੇ ਉਹ ਸਮੇਂ ਦੇ ਜਿਹੜੇ ਹਾਲਾਤ ਸਨ, ਬ੍ਰਾਹਮਣ ਲੋਕਾਂ ਨੇ ਕਿੰਨੀ ਕਿੰਨੀ ਈਰਖਾ ਕੀਤੀ ਪਾਂਡਿਆਂ ਨੇ, ਪਰ ਜੇ ਪਰਮਾਤਮਾ ਦਾ ਨਾਮ ਜਪਿਆ, ਅੱਜ ਉਹਨਾਂ ਦੇ ਚਰਨਾਂ ਤੇ ਹਰ ਕੋਈ ਨਤਮਸਤਕ ਹੋ ਰਿਹਾ ਹੈ। ਸੰਸਾਰ ਭਰ ਦੇ ਪੂਜਣ ਯੋਗ ਹੋ ਗਏ ਹੈ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਆਪ ਨੇ ਭਗਤ ਨਾਮਦੇਵ ਜੀ ਦੇ ਦਿਉਰੇ ਦੇ ਦਰਸ਼ਨ ਵੀ ਕੀਤੇ ਹੋਣਗੇ। ਅੱਜ ਵੀ ਧਰਤੀ ਤੋਂ ਸਾਧ ਸੰਗਤ ਜੀ ਉਸੇ ਤਰ੍ਹਾਂ ਉੱਠਿਆ, ਦਿਉਰਾ ਹੀ ਫੇਰ ਦਿੱਤਾ ਪਰਮਾਤਮਾ ਨੇ। ਇਹ ਵਾਹਿਗੁਰੂ ਦੇ ਨਾਮ ਦੀ ਸ਼ਕਤੀ ਹੈ। ਫਿਰ ਬਾਲਮੀਕ ਬਟਵਾਰਾ ਜੀ, ਜਿਨ੍ਹਾਂ ਦੇ ਜੀਵਨ ਦੇ ਬਾਬਤ ਜ਼ਿਕਰ ਆਉਂਦਾ ਹੈ, ਸਾਧ ਸੰਗਤ ਜੀ ਰਾਹ ਦੇ ਵਿੱਚ ਹੱਥ ਵਿੱਚ ਗੰਡਾਸੀ ਲੈ ਕੇ ਤੇ ਰਾਹਗਾਰਾਂ ਨੂੰ ਮਾਰ ਦੇਣਾ, ਧਨ ਪਦਾਰਥ ਸਭ ਕੁਝ ਖੋਹ ਲੈਣਾ ਕਰਦਾ ਸੀ। ਪਰ ਇੱਕ ਵਾਰ ਬੰਦਗੀ ਕਰਨ ਵਾਲੇ ਸਾਧੂ ਜਨਾਂ ਦੇ ਕੋਲ ਆਇਆ, ਰਸਤੇ ਵਿੱਚੋਂ ਲੰਘ ਰਹੇ, ਗੇਰੂ ਰੰਗ ਦੇ ਉਹਨਾਂ ਨੇ ਕੱਪੜੇ ਪਹਿਨੇ ਹੋਏ, ਗੰਡਾਸੀ ਦਿਖਾ ਕੇ ਕਹਿੰਦਾ ਕਿ ਮਹਾਤਮਾ ਦੀ ਜੋ ਕੁਝ ਹੈਗਾ ਮੈਨੂੰ ਦੇ ਦੇਵੋ, ਨਹੀਂ ਤੇ ਤੁਹਾਨੂੰ ਮਾਰ ਦੇਵਾਂਗਾ। ਤੇ ਕਹਿਣ ਲੱਗੇ, ਭਲਿਆ ਸਾਡੇ ਕੋਲ ਕੀ ਹੈ? ਇਹ ਗੇਰੂ ਦੇ ਕੱਪੜੇ ਪਾਏ ਹੋਏ, ਹੋਰ ਸਾਡੇ ਕੋਲ ਕੀ ਤੈਨੂੰ ਮਿਲ ਸਕਦਾ? ਸਾਡੇ ਕੋਲ ਕੁਝ ਵੀ ਨਹੀਂ ਹੈ। ਕਹਿੰਦਾ ਕੱਪੜੇ ਹੀ ਲਾ ਕੇ ਦੇ ਦਿਓ, ਮੇਰੀ ਮਾਂ ਤੇ ਘਰ ਵਾਲੀ ਬੜੀ ਸਿਆਣੀ ਹੈ, ਉਹ ਕਿਸੇ ਨਾ ਕਿਸੇ ਕੰਮ ਇਹਨਾਂ ਨੂੰ ਲਾ ਲੈਣਗੇ, ਕਿਸੇ ਕੰਮ ਆ ਜਾਵੇਗਾ। ਫਿਰ ਉਹਦਾ ਭਲਾ ਕਰਨ ਦੇ ਵਾਸਤੇ ਉਹ ਮਹਾਤਮਾ ਕਹਿਣ ਲੱਗੇ, ਜਿਨ੍ਹਾਂ ਦੇ ਬਦਲੇ ਤੂੰ ਇਹ ਪਾਪ ਕਰਮ ਕਰਦਾ ਪਿਆ, ਉਹ ਤੇਰੇ ਸਹਾਇਕ ਬਣਨਗੇ? ਕਹਿੰਦਾ ਜੀ ਜ਼ਰੂਰ ਬਣਨਗੇ। ਕਹਿੰਦੇ ਇੱਕ ਵਾਰ ਪੁੱਛ ਕੇ ਤਾਂ ਆ, ਉਹਨਾਂ ਨੇ ਤੇਰੇ ਅੰਤ ਸਮੇਂ ਸਹਾਇਕ ਹੋਣਾ, ਮਰਨ ਤੋਂ ਬਾਅਦ ਇਹ ਪਾਪ ਕਰਮਾਂ ਦਾ ਫਲ ਦੇ ਭਾਈਵਾਲ ਬਣਨਗੇ। ਪਹਿਲਾਂ ਤਾਂ ਚੁੱਪ ਕੀਤਾ ਰਿਹਾ, ਫਿਰ ਕਹਿੰਦਾ ਤੁਸੀਂ ਟਾਲਣ ਦੇ ਵਾਸਤੇ ਡਏ ਹੋ, ਤੁਸੀਂ ਇੱਥੋਂ ਜਾਣ ਦੇ ਵਾਸਤੇ ਡਏ ਹੋ ਨਾ, ਮੈਨੂੰ ਇੱਦਾਂ ਗੱਲੀ ਲਾਉਣ। ਨਹੀਂ ਨੇ ਕਹਿੰਦੇ ਸੀ ਜਾਮਨ ਰਹੇ, ਜਾਂ ਪੁੱਛ ਕੇ ਆ। ਜਦੋਂ ਘਰ ਗਿਆ ਸਾਧ ਸੰਗਤ ਜੀ, ਜਾ ਕੇ ਮਾਂ ਨੂੰ ਪੁੱਛਦਾ ਕਿ ਮੈਂ ਇਵੇਂ ਪਾਪ ਕਰਮ ਕਰਦਾ, ਹੱਤਿਆ ਕਰਦਾ ਪਿਆ, ਜੀਵਾਂ ਨੂੰ ਮਾਰ ਮਾਰ ਕਰਕੇ ਧਨ ਪਦਾਰਥ ਖੋਹ ਕਰਕੇ ਲੈ ਕੇ ਆ ਜਾਂਦਾ, ਕਿ ਅੰਤ ਸਮੇਂ ਮੇਰੇ ਤੁਸੀਂ ਸਹਾਇਕ ਬਣੋਗੇ, ਇਹਨਾਂ ਦੇ ਪਾਪ ਕਰਮਾਂ ਦੇ ਭਾਈਵਾਲ ਬਣੋਗੇ। ਤੇ ਮਾਂ ਕਹਿੰਦੀ ਕਿ ਹੁਣ ਤੇਰਾ ਫਰਜ਼ ਬਣਦਾ ਕਮਾਈ ਕਰਨ ਦਾ। ਮੈਂ ਤੈਨੂੰ 9-10 ਮਹੀਨੇ ਪੇਟ ਦੇ ਵਿੱਚ ਪਾਲ ਕਰਕੇ ਰੱਖਿਆ, ਤੇਰੀ ਪਰਵਰਿਸ਼ ਕੀਤੀ, ਤੈਨੂੰ ਜਨਮ ਦਿੱਤਾ ਹੈ, ਹੁਣ ਤੇਰਾ ਫਰਜ਼ ਬਣਦਾ ਜਿੱਥੋਂ ਮਰਜ਼ੀ ਕਮਾ ਕੇ ਲਿਆ, ਪਰ ਪਾਪ ਕਰਮਾਂ ਦੇ ਭਾਈਵਾਲ ਅਸੀਂ ਨਹੀਂ ਤੇਰੇ ਬਣ ਸਕਦੇ। ਫਿਰ ਸਾਧ ਸੰਗਤ ਜੀ, ਪਤਨੀ ਨੇ ਵੀ ਜਵਾਬ ਦੇ ਦਿੱਤਾ ਕਿ ਮੈਂ ਤੇਰੇ ਲੜ ਲੱਗੀ, ਤੇਰਾ ਫਰਜ਼ ਬਣਦਾ ਕਮਾਈ ਕਰਨ ਦਾ। ਪੁੱਤਰ ਨੇ ਵੀ ਦੇ ਦਿੱਤਾ। ਸਾਰੇ ਪਰਿਵਾਰ ਦੇ ਵਚਨ ਜਿਹੜੇ ਸਨ ਤੀਰ ਦੀ ਤਰ੍ਹਾਂ ਹਿਰਦੇ ਨੂੰ ਵਿੰਨ ਗਏ। ਫਿਰ ਭੱਜੇ ਹੋਏ ਆ ਕੇ ਉੱਥੇ ਮਹਾਤਮਾ ਦੇ ਚਰਨੀ ਟਹਿ ਕੇ ਨਮਸਕਾਰ ਕੀਤੀ, ਚਰਨਾਂ ਤੇ ਸੀਸ ਰੱਖ ਕੇ ਹੱਥ ਜੋੜ ਕੇ ਬਿਨਾਂ ਕੀਤੀ ਕਹਿਣ ਲੱਗੇ, ਮਹਾਤਮਾ ਜੀ ਜਿਨ੍ਹਾਂ ਦੇ ਕਰਕੇ ਮੈਂ ਪਾਪ ਕਰਮ ਕਰਦਾ, ਉਹਨਾਂ ਸਭ ਨੇ ਮੈਨੂੰ ਜਵਾਬ ਦੇ ਦਿੱਤਾ ਕਿ ਇਹਨਾਂ ਪਾਪ ਕਰਮਾਂ ਦੇ ਭਾਈਵਾਲ ਅਸੀਂ ਨਹੀਂ ਅੰਤ ਸਮੇਂ ਤੇਰੇ ਬਣਨ ਵਾਲੇ। ਕਿਰਪਾ ਕਰੋ, ਹੁਣ ਇਹ ਕੰਮ ਮੇਰੇ ਤੋਂ ਹੋਣਾ ਨਹੀਂ, ਤੁਸੀਂ ਮੈਨੂੰ ਹੁਣ ਉਪਦੇਸ਼ ਦੇਵੋ ਜਿਸ ਕਰਕੇ ਮੇਰਾ ਭਲਾ ਹੋ ਜਾਵੇ। ਸ਼ੂਦਰ ਜਾਣ ਕੇ ਸਾਧ ਸੰਗਤ ਜੀ ਨੂੰ ਰਾਮ ਦੀ ਥਾਂ ਤੇ ਮਾਰਾ ਦਾ ਉਪਦੇਸ਼ ਦੇ ਦਿੱਤਾ ਸੀ।
ਤੇ ਲੰਬੇਰਾ ਸਮਾਂ ਐਨੀ ਘਾਲਣਾ ਘਾਲ ਕੇ ਪ੍ਰਮਾਤਮਾ ਦਾ ਨਾਮ ਜਪਿਆ, ਸਾਧ ਸੰਗਤ ਜੀ ਸੰਸਾਰ ਦੇ ਪੂਜਣ ਯੋਗ ਹੋ ਗਏ। ਵਾਲਮੀਕ ਜੀ ਕਹਿ ਕੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਹਰ ਕੋਈ ਯਾਦ ਕਰਦਾ ਹੈ। ਤੇ ਦੁਆਪਰ ਯੁੱਗ ਦੇ ਕ੍ਰਿਸ਼ਨ ਅਵਤਾਰ ਜੀ ਭਗਵਾਨ ਕ੍ਰਿਸ਼ਨ ਜੀ ਇਹਨਾਂ ਦੇ ਚਰਨਾਂ ਨੂੰ ਸਾਧ ਸੰਗਤ ਜੀ ਧੋ ਕਰਕੇ ਪੀਣਾ ਕੀਤਾ ਸੀ। ਜਿਸ ਸਮੇਂ ਪੰਜਾਂ ਪਾਂਡਵਾਂ ਨੇ ਯੱਗ ਕੀਤਾ, ਯੱਗ ਦੀ ਸੰਪੂਰਨਤਾ ਦੇ ਵਾਸਤੇ ਜੋ ਉਸ ਸਮੇਂ ਦੀ ਮਰਜ਼ਾਦਾ ਸੀ ਕਿ ਸਾਧ ਸੰਗਤ ਜੀ ਸੰਖ ਪੂਰਿਆ ਜਾਂਦਾ, ਟਲ ਖੜਕਦਾ ਤੇ ਫਿਰ ਇਹ ਪ੍ਰਤੀਤ ਹੋ ਜਾਂਦਾ ਸੀ ਕਿ ਜੱਗ ਦੀ ਸੰਪੂਰਨਤਾ ਹੋ ਗਈ, ਸਾਡਾ ਕੀਤਾ ਹੋਇਆ ਜੱਗ ਇਹ ਸਫਲ ਹੋ ਗਿਆ ਹੈ। ਜੇ ਨਹੀਂ ਸੀ ਮਰਜ਼ਾਦਾ ਪੂਰੀ ਹੁੰਦੀ ਤੇ ਇਹ ਫਿਰ ਪਤਾ ਲੱਗ ਜਾਂਦਾ ਸੀ ਕਿ ਸਾਡੀ ਜੱਗ ਦੀ ਸੰਪੂਰਨਤਾ ਨਹੀਂ ਹੋਈ, ਕੋਈ ਨਾ ਕੋਈ ਜ਼ਰੂਰ ਇਹ ਸਾਡੇ ਤੋਂ ਕੁਤਾਹੀ ਹੋ ਗਈ ਹੈ। ਉਸ ਸਮੇਂ ਵਾਲਮੀਕ ਜੀ ਨੂੰ ਬੁਲਾਇਆ ਨਾ ਗਿਆ ਤੇ ਜਿੰਨੇ ਵੀ ਕੋਈ ਪਾਂਡੇ ਕੋਈ ਬ੍ਰਾਹਮਣ ਲੋਕ ਸਨ, ਉੱਚੀ ਜਾਤ ਵਾਲੇ, ਸਭ ਨੂੰ ਪਾਂਡਵਾਂ ਨੇ ਬੁਲਾ ਲਿਆ ਸੀ, ਪਰ ਕੇਵਲ ਵਾਲਮੀਕ ਜੀ ਨੂੰ ਨਹੀਂ ਸੀ ਬੁਲਾਉਣਾ ਕੀਤਾ। ਜਦੋਂ ਕ੍ਰਿਸ਼ਨ ਭਗਵਾਨ ਜੀ ਨੇ ਪੁੱਛਿਆ ਕਿ ਸਾਡਾ ਜੱਗ ਕਿਉਂ ਨਹੀਂ ਸਫਲਾ ਹੋਇਆ, ਕਹਿੰਦੇ ਕਿ ਉਹ ਰਿਸ਼ੀ ਜਿਹੜੇ ਵਾਲਮੀਕ ਉਹਨਾਂ ਨੂੰ ਤਾਂ ਬੁਲਾਇਆ ਹੀ ਨਹੀਂ। ਪੰਜੇ ਪਾਂਡਵ ਮਿਲ ਕਰਕੇ ਗਏ ਬੁਲਾਉਣ ਦੇ ਵਾਸਤੇ ਤੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਕਿ 101 ਜੱਗ ਦਾ ਜਿਹੜਾ ਫਲ ਹੈ ਨਾ, ਅਸਮਵੇਦ ਜੱਗ ਦਾ ਫਲ, ਉਹ ਮੈਨੂੰ ਦਿਓ, ਅਰਪਣ ਕਰੋ, ਤਾਂ ਮੈਂ ਤੁਹਾਡੇ ਜੱਗ ਦੇ ਵਿੱਚ ਆਵਾਂਗਾ। ਤੇ ਕਹਿਣ ਲੱਗੇ ਮਹਾਰਾਜ ਸਾਡੇ ਤੋਂ ਇੱਕ ਜੱਗ ਦੀ ਨਹੀਂ ਸੰਪੂਰਨਤਾ ਹੋ ਰਹੀ ਤੇ 101 ਜੱਗ ਦਾ ਫਲ ਤੁਹਾਨੂੰ ਕਿੱਥੋਂ ਦੇ ਦੇਵਾਂਗੇ। ਪੰਜੇ ਪਾਂਡਵ ਮੁੜ ਕੇ ਵਾਪਸ ਆ ਗਏ। ਫਿਰ ਦ੍ਰੋਪਦਾ ਨੇ ਸਾਧ ਸੰਗਤ ਜੀ ਕਿਹਾ, ਕਹਿਣ ਲੱਗੇ ਕਿ ਮੈਂ ਜਾ ਕੇ ਲੈ ਕਰਕੇ ਆਉਂਦੀ ਹਾਂ। ਜਦੋਂ ਗਏ ਕਹਿਣ ਲੱਗੇ ਰਿਸ਼ੀ ਜੀ ਆਓ, ਜੱਗ ਦੀ ਸੰਪੂਰਨਤਾ ਨਹੀਂ ਹੋ ਰਹੀ ਤੁਹਾਡੇ ਆਉਣ ਤੋਂ ਬਿਨਾਂ। ਫਿਰ ਉਸੇ ਤਰ੍ਹਾਂ ਹੀ ਜਵਾਬ ਦਿੱਤਾ ਤੇ ਕਹਿਣ ਲੱਗੇ ਕਿ ਇਹ ਗ੍ਰੰਥਾਂ ਦੇ ਵਿੱਚ ਬਚਨ ਲਿਖੇ ਹੋਏ ਹੈ, ਜੇ ਕਿਸੇ ਪੂਰਨ ਮਹਾਂਪੁਰਸ਼ ਦੇ ਕੋਲ ਚੱਲ ਕੇ ਜਾਈਏ ਨਾ, ਬੰਦਗੀ ਕਰਨ ਵਾਲੇ ਨਾਮ ਜਪਣ ਵਾਲਿਆਂ ਦੇ ਕੋਲ, ਇੱਕ ਇੱਕ ਕਦਮ ਤੇ ਜੋ 100 ਜੱਗ ਦਾ ਫਲ ਪ੍ਰਾਪਤ ਹੁੰਦਾ ਹੈ। ਤੇ ਤੁਸੀਂ 101 ਜੱਗ ਦਾ ਜਿਹੜਾ ਇਹ ਕਦਮਾਂ ਦਾ ਫਲ ਰੱਖ ਲਓ, ਜਿਹੜੀ ਮੈਂ ਚੱਲ ਕਰਕੇ ਆਈ ਹਾਂ, ਕਦਮ ਕਦਮ ਚੱਲ ਕੇ ਆਈ ਹਾਂ, ਬਾਕੀ ਦਾ ਫਲ ਸਾਨੂੰ ਦੇ ਦੇਵੋ। ਤੇ ਉਹ ਫਿਰ ਰਿਖੀ ਉੱਠ ਕਰਕੇ ਤੁਰ ਪਏ। ਕ੍ਰਿਸ਼ਨ ਭਗਵਾਨ ਜੀ ਨੇ ਆਪ ਸਾਧ ਸੰਗਤ ਜੀ ਵਾਲਮੀਕ ਜੀ ਦੇ ਚਰਨਾਂ ਨੂੰ ਧੋ ਕਰਕੇ ਜਲ ਛਕਿਆ ਸੀ। ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਉਹ ਸੰਸਾਰ ਦੇ ਪੂਜਣ ਯੋਗ ਹੋ ਜਾਂਦੇ ਆ ਜਿਨ੍ਹਾਂ ਨੂੰ ਸੰਸਾਰ ਦੇ ਲੋਕ ਦੁਰਕਾਰਦੇ ਹੈ। ਜੇ ਪਰਮੇਸ਼ਰ ਦਾ ਨਾਮ ਜਪ ਲੈਂਦੇ, ਹਰ ਕੋਈ ਉਹਨਾਂ ਦੇ ਚਰਨਾਂ ਦੀ ਪੂਜਾ ਕਰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਾਹੋਂ ਕੁੰਟ ਮਾਨੈ। ਜੇ ਭਗਤ ਜਨਾਂ ਦੇ ਜੀਵਨ ਪੜ੍ਹਦੇ ਹਾਂ ਸਾਧ ਸੰਗਤ ਜੀ, ਭਾਵੇਂ ਨੀਵੇਂ ਜਾਤ ਦੇ ਵੀ ਜਨਮ ਹੋਏ ਨੇ, ਪਰ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਸਭ ਸੰਸਾਰ ਦੇ ਪੂਜਣ ਯੋਗ ਹੋ ਗਏ ਹਨ। ਦਰਸ਼ਨ ਮਾਗਾ ਦੇਹ ਪਿਆਰੇ। हे ਮੇਰੇ ਪਿਆਰੇ ਪ੍ਰਮਾਤਮਾ ਜੀ, ਤੁਹਾਡੇ ਦਰਸ਼ਨਾਂ ਦੀ ਅਸੀਂ ਦਾਤ ਮੰਗਦੇ ਹਾਂ। ਮਹਾਰਾਜ ਕਿਰਪਾ ਕਰਕੇ ਦੀਦਾਰ ਬਖਸ਼ਿਸ਼ ਕਰ ਦੇਵੋ। ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਮਹਾਰਾਜ ਆਪ ਜੀ ਦੀ ਸੇਵਾ ਕਰਨੇ ਕਰਕੇ, ਤੁਹਾਡੇ ਭਜਨ ਬੰਦਗੀ ਰੂਪ ਟਹਿਲ ਕਮਾਉਣ ਦੇ ਨਾਲ ਕੌਣ ਕੌਣ ਨਾ ਤਾਰੇ, ਕਿਹੜਾ ਕਿਹੜਾ ਜੀਵ ਜਿਹੜਾ ਨਾ ਤਰਿਆ ਹੋਵੇ। ਹਰ ਕੋਈ ਜੀਵ ਸੰਸਾਰ ਤੋਂ ਤਰ ਗਿਆ, ਭੈਦਾਇਕ ਸੰਸਾਰ ਸਾਗਰ ਤੋਂ ਪਾਰ ਹੋ ਗਿਆ ਹੈ। ਮਹਾਰਾਜ ਜਿਨ੍ਹਾਂ ਵੀ ਆਪ ਜੀ ਦੀ ਬੰਦਗੀ ਰੂਪ ਸੇਵਾ ਕੀਤੀ ਹੈ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਭਏ ਆਰਾਮ ਕਹਿਤ ਹੀ। ਮਹਾਰਾਜ ਕਹਿੰਦੇ ਕਿ ਕਿਹਦਾ ਕਲੰਕ ਲੱਗਾ ਰਹਿ ਗਿਆ, ਜਿਸ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਹੈ, ਉਹ ਭੈਦਾਇਕ ਸੰਸਾਰ ਸਾਗਰ ਤੋਂ ਪਾਰ ਹੋ ਗਿਆ ਹੈ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਜਾ ਕੈ ਨਿਕਟ ਨਾ ਆਵੈ ਕੋਈ। ਜਿਸ ਜੀਵ ਦੇ ਕੋਈ ਨੇੜੇ ਨਹੀਂ ਆ ਕਰਕੇ ਟੋਕ ਕਰਕੇ ਬੈਠਦਾ, ਨੀਤ ਜਾਣ ਕਰਕੇ, ਜਾਂ ਫਿਰ ਤਨ ਦੇ ਉੱਪਰ ਕਈ ਵਾਰ ਇੰਨੇ ਸਾਧ ਸੰਗਤ ਜੀ ਰੋਗ ਆ ਕੇ ਤਨ ਨੂੰ ਸਰੀਰ ਨੂੰ ਗਰਸ ਲੈਂਦੇ ਆ ਕਿ ਕੋਈ ਵੀ ਨੇੜੇ ਬੈਠਣਾ ਪਸੰਦ ਨਹੀਂ ਕਰਦਾ। ਜਿਵੇਂ ਕਿਸੇ ਨੂੰ ਕੋਹੜ ਦਾ ਰੋਗ ਹੋ ਜਾਵੇ ਨਾ, ਕੋਹੜੀ ਬੰਦਾ ਫਿਰ ਲਾਪ ਹੀ ਕਰਦਾ ਰਹਿੰਦਾ, ਉਹਦੇ ਨੇੜੇ ਨਹੀਂ ਕੋਈ ਬੈਠਦਾ। ਇੱਥੋਂ ਤੱਕ ਕਿ ਪਰਿਵਾਰ ਵਾਲੇ ਵੀ ਉਹਦਾ, ਆਪਣੇ ਜਿਹੜੇ ਸੰਗੀ ਸਾਥੀ ਹੁੰਦੇ, ਉਹ ਵੀ ਸਾਥ ਛੱਡ ਜਾਂਦੇ ਹਨ, ਉਹਨੂੰ ਘਰ ਤੋਂ ਬਾਹਰ ਜਾ ਕੇ ਬਿਠਾ ਦਿੰਦੇ ਆ।
ਕਿ ਤੂੰ ਰਾਤ ਵੀ ਦਿਨੇ ਵੀ ਰੋਂਦਾ ਕਰ ਲਾਉਂਦਾ ਰਹਿੰਦਾ ਹੈ, ਨਾ ਆਪ ਸੌਂਦਾ ਤੇ ਨਾ ਸਾਨੂੰ ਚੈਨ ਦੀ ਨੀਂਦ ਸੌਣ ਦਿੰਦਾ ਹੈ। ਐਸਾ ਹੀ ਦੀਪਾਲਪੁਰ ਨਗਰ ਦੇ ਵਿੱਚ ਹੋਇਆ ਨਾ, ਜਿੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮਿੰਟ ਗੋਂਬਰੀ ਜ਼ਿਲ੍ਹੇ ਦੇ ਵਿੱਚ ਗਏ ਸਨ। ਉਹ ਦੀਪਾਲਪੁਰ ਨਗਰ ਸਾਧ ਸੰਗਤ ਜੀ ਬੜਾ ਸੋਹਣਾ ਅਸਥਾਨ ਵੀ ਉੱਥੇ ਹੁਣ ਸਤਿਗੁਰੂ ਜੀ ਦੀ ਯਾਦ ਵਿੱਚ ਬਣਿਆ। ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਨਗਰ ਦੇ ਲੋਕਾਂ ਨੇ ਨਗਰ ਵਿੱਚ ਮਹਾਰਾਜ ਸਾਹਿਬ ਜੀ ਨੂੰ ਬੈਠਣ ਨਹੀਂ ਸੀ ਦਿੱਤਾ, ਤੇ ਨਗਰ ਤੋਂ ਬਾਹਰ ਵਾਰ ਛੰਨ ਸੀ, ਉੱਥੇ ਕੋਹੜੀ ਵਿਰਲਾਪ ਕਰਦੇ ਰਿਹਾ ਸੀ। ਸਤਿਗੁਰਾਂ ਦੇ ਦੀਦਾਰ ਹੋਏ, ਉਹਦਾ ਕੋਹੜ ਦਾ ਰੋਗ ਜਿਹੜਾ ਸੀ ਨਾ, ਦੁੱਖ ਦੂਰ ਹੋ ਗਿਆ। ਜਦੋਂ ਹਨੇਰਾ ਹੋਇਆ ਤੇ ਫਿਰ ਉਸੇ ਤਰ੍ਹਾਂ ਹੀ ਉਹ ਦੁਖੀ ਹੋਇਆ, ਫਿਰ ਰੋਣ ਲੱਗ ਪਿਆ। ਮਹਾਰਾਜ ਜੀ ਨੇ ਧਨਾਸਰੀ ਰਾਗ ਦੇ ਵਿੱਚ ਬਚਨ ਉਚਾਰਨ ਕਰਕੇ ਉਹਦਾ ਭਲਾ ਕੀਤਾ, ਉਹਨੂੰ ਨਿਹਾਲ ਕੀਤਾ ਸੀ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਕਪੈ ਬਹੁਤ ਬੇਕਾਰ, ਇਹ ਸ਼ਬਦ ਦੁਆਰਾ ਸਤਿਗੁਰਾਂ ਨੇ ਬ੍ਰਹਮ ਗਿਆਨ ਦੀ ਅਵਸਥਾ ਦੀ ਬਖਸ਼ਿਸ਼ ਕਰ ਦਿੱਤੀ। ਤੇ ਜਦੋਂ ਨਗਰ ਦੇ ਲੋਕਾਂ ਨੂੰ ਪਤਾ ਲੱਗਾ, ਫਿਰ ਕਾਹਲੀ ਦੇ ਨਾਲ ਉਤਲਾਵਤ ਹੋ ਕਰਕੇ ਆਏ, ਆ ਕੇ ਆਪਣੀਆਂ ਭੁੱਲਾਂ ਬਖਸ਼ਾਈਆਂ। ਤੇ ਮਹਾਰਾਜ ਸਤਿਗੁਰਾਂ ਨੇ ਉਪਦੇਸ਼ ਦਿੱਤਾ ਕਿ ਜਿੱਥੇ ਦੀ ਛੰਨ ਸੀ ਨਾ, ਇਸ ਕੋਹੜੀ ਦੀ ਕੋਈ ਵੀ ਇਹਦੇ ਨੇੜੇ ਨਹੀਂ ਸੀ, ਤੁਸੀਂ ਲਾਗੇ ਆ ਕੇ ਬੈਠਦੇ। ਕੋਈ ਪਸ਼ੂ ਪਰਿੰਦੇ ਵੀ ਕੋਈ ਨੇੜੇ ਨਹੀਂ ਸਨ ਆ ਕੇ ਬੈਠਦੇ। ਮਹਾਰਾਜ ਕਹਿੰਦੇ ਇੱਥੇ ਹੁਣ ਤੁਸੀਂ ਪਾਠਸ਼ਾਲਾ ਬਣਾਵੋ। ਧਰਮਸ਼ਾਲਾ ਉੱਥੇ ਬਣਵਾਈ ਤੇ ਕਹਿਣ ਲੱਗੇ ਇਹਨੂੰ ਆਪਣਾ ਜਿਹੜਾ ਮੁਖੀਆ ਬਣਾਓ, ਇਸੇ ਕੋਹੜੀ ਨੂੰ ਜਿਹਦੇ ਨੇੜੇ ਨਹੀਂ ਸੀ ਤੁਸੀਂ ਆ ਕਰਕੇ ਬੈਠਦੇ। ਮਹਾਰਾਜ ਜੀ ਨੇ ਉਹਨੂੰ ਬ੍ਰਹਮ ਗਿਆਨ ਦਾ ਉਪਦੇਸ਼ ਬਖਸ਼ਿਸ਼ ਕਰ ਦਿੱਤਾ। ਕਹਿੰਦੇ ਕਿ ਅਸੀਂ ਹੁਣ ਚਲੇ ਜਾਣਾ, ਸਾਡੇ ਤੋਂ ਬਾਅਦ ਇਹ ਤੁਹਾਨੂੰ ਉਪਦੇਸ਼ ਦਿਆ ਕਰੇਗਾ। ਸਾਧ ਸੰਗਤ ਜੀ, ਸਾਰੇ ਜਿਹੜੇ ਨਗਰ ਦੇ ਲੋਕ ਸਨ, ਉਹਨਾਂ ਨੂੰ ਦੇਖੋ ਕੋਹੜੀ ਦੇ ਫਿਰ ਚਰਨੀ ਪਾ ਦਿੱਤਾ, ਉਹਦੇ ਪੂਜਣ ਯੋਗ ਹੋ ਗਿਆ ਸਭ ਦੇ। ਤੇ ਜੇਕਰ ਆਉਂਦਾ ਕਿ ਜਿਸ ਨਗਰ ਦੇ ਵਿੱਚ ਸਤਿਗੁਰੂ ਜੀ ਨੂੰ ਬੈਠਣ ਨਹੀਂ ਸੀ ਦਿੱਤਾ, ਉਹ ਨਗਰ ਸਾਰਾ ਹੀ ਉਜੜ ਗਿਆ। ਫਿਰ ਦੁਬਾਰਾ ਉਸ ਥਾਂ ਤੇ ਆ ਕੇ ਨਗਰ ਵਸਿਆ ਹੈ ਜਿੱਥੇ ਮਹਾਰਾਜ ਸਾਹਿਬ ਜੀ ਆ ਕੇ ਬੈਠੇ ਸਨ। ਨਗਰ ਤੋਂ ਬਾਹਰ ਵਾਰ ਕੋਹੜੀ ਦੇ ਜਿੱਥੇ ਨੇੜੇ ਆ ਕੇ ਸਤਿਗੁਰੂ ਜੀ ਬੈਠੇ ਸਨ। ਗਰੀਬ ਨਵਾਜ ਐਸੀ ਮਹਾਨ ਸਤਿਗੁਰਾਂ ਦੀ ਵਡਿਆਈ ਹੈ, ਜਾ ਕੇ ਨਿਕਟ ਨਾ ਆਵੇ ਕੋਈ। ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਜਿਹਦੇ ਨੇੜੇ ਵੀ ਕੋਈ ਆ ਕਰਕੇ ਨਹੀਂ ਬੈਠਣਾ ਕਰਦਾ। ਸਾਗਲ ਸ੍ਰਿਸ਼ਟ ਵਾ ਕੇ ਚਰਨ ਮਲ ਧੋਈ, ਸਾਰੀ ਸ੍ਰਿਸ਼ਟੀ ਉਹਨਾਂ ਦੇ ਚਰਨ ਮਲ ਮਲ ਕਰਕੇ ਧੋਣ ਲੱਗ ਪੈਂਦੀ ਹੈ। ਸ੍ਰਿਸ਼ਟੀ ਦੇ ਜੀਵ ਸਾਰੇ ਉਹਨਾਂ ਦੀ ਪੂਜਣ ਯੋਗ ਹੋ ਜਾਂਦੇ, ਸਭ ਸਾਰੇ ਮਿਲ ਕਰਕੇ ਉਹਨਾਂ ਦੀ ਪੂਜਾ ਕਰਨ ਲੱਗ ਪੈਂਦੇ ਹਨ। ਐਸੀ ਮਹਾਨ ਪਰਮੇਸ਼ਰ ਦੇ ਨਾਮ ਦੀ ਪਰਮ ਵਡਿਆਈ ਹੈ। ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਦੇ ਸਮੇਂ ਵੀ ਪ੍ਰੇਮਾ ਕੋਹੜੀ ਹੋਇਆ ਨਾ, ਜੋ ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ ਸੀ। ਪਰਿਵਾਰ ਦੇ ਸਭ ਨੇ ਸਾਧ ਸੰਗਤ ਦੁਰਕਾਰ ਦਿੱਤਾ। ਨਗਰ ਦੇ ਲੋਕ ਵੀ ਉਹਦੇ ਨੇੜੇ ਸਨ, ਚੁੱਕ ਕਰਕੇ ਬੈਠਦੇ। ਫਿਰ ਪਤਨੀ ਦੇ ਨਾਲ ਘਣਾ ਪਿਆਰ ਸੀ, ਉਹਨੇ ਵੀ ਸਾਧ ਸੰਗਤ ਜੀ ਉਹਦਾ ਮੋਹ ਤਿਆਗ ਦਿੱਤਾ। ਘਰ ਤੋਂ ਬਾਹਰ ਵਾਰ ਛੰਨ ਬਣਾ ਦਿੱਤੀ। ਤੇ ਇੱਕ ਦਿਨ ਮਨ ਦੇ ਵਿੱਚ ਵਿਚਾਰ ਕੀਤੀ ਕਿ ਮਨਾ, ਜੇ ਮੇਰੇ ਪਰਿਵਾਰ ਆਪਣੇ ਨਹੀਂ ਮੇਰੇ ਨੇੜੇ ਕੋਲ ਆ ਕਰਕੇ ਬੈਠਦੇ, ਫਿਰ ਹੋਰ ਕਿੰਨੇ ਮੇਰੇ ਨਾਗੇ ਆ ਕਰਕੇ ਬੈਠਣਾ। ਮੇਰੇ ਦੁੱਖ ਦਾ ਭਾਈਵਾਲ ਕਿੰਨੇ ਬਣਨਾ। ਕੋਈ ਮੈਨੂੰ ਪਾਣੀ ਤੱਕ ਵੀ ਪੁੱਛਦਾ ਨਹੀਂ। ਕਾਹਦੀ ਮੇਰੀ ਜ਼ਿੰਦਗੀ ਹੈ, ਇਹਦੇ ਨਾਲੋਂ ਮਰ ਜਾਵਾਂ ਤਾਂ ਚੰਗੀ ਗੱਲ ਹੈ। ਦੁਖੀ ਹੋ ਕੇ ਸਾਧ ਸੰਗਤ ਜੀ ਖੂਹ ਵਿੱਚ ਛਾਲ ਮਾਰ ਕੇ ਮਰਨ ਲੱਗਾ। ਇੰਨੇ ਸਮੇਂ ਨੂੰ ਸੰਗਤ ਆ ਰਹੀ ਸੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨਾਂ ਦੇ ਵਾਸਤੇ ਜਾ ਰਹੇ ਸਨ। ਇਹ ਸ਼ਬਦ ਪੜ੍ਹਦੇ ਹੋਏ ਜਾ ਰਹੇ ਸੀ, ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਵੇ ਦੁਸ਼ਮਨਾ ਸਾਕ ਭੇ ਭਜ ਖਲੇ, ਸਭੋ ਭਜੈ ਆਸਰਾ ਚੂਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਜੇ ਪ੍ਰਮਾਤਮਾ ਚੇਤੇ ਆ ਜਾਵੇ ਨਾ, ਭਾਵੇਂ ਸਾਰੇ ਸਾਥ ਛੱਡ ਜਾਣ, ਮਹਾਰਾਜ ਕਹਿੰਦੇ ਉਹਨੂੰ ਤਤੀ ਵਾਹ ਨਹੀਂ ਲੱਗਦੀ। ਇਹ ਸਤਿਗੁਰੂ ਜੀ ਦੀਆਂ ਪਿਆਰੀਆਂ ਸਿੱਖ ਸੰਗਤਾਂ ਸ਼ਬਦ ਪੜ੍ਹਦੀਆਂ ਹੋਈਆਂ ਜਾ ਰਹੀਆਂ ਸਨ। ਕੰਨਾਂ ਵਿੱਚ ਆਵਾਜ਼ ਪਾਈ ਤੇ ਫਿਰ ਮਨ ਵਿੱਚ ਵਿਚਾਰ ਕੀਤੀ, ਜੇ ਇਹਨਾਂ ਦੇ ਸਾਹਮਣੇ ਛਾਲ ਮਾਰ ਕੇ ਮਰ ਗਏ ਨਾ, ਫਿਰ ਬਾਹਰ ਕੱਢ ਦੇਣਾ। ਜ਼ਿੰਦਗੀ ਦਾ ਸਿਆਪਾ ਦਾ ਫਿਰ ਉਸੇ ਤਰ੍ਹਾਂ ਗਲ ਪਿਆ ਰਹੇਗਾ। ਇਹ ਲੰਘ ਜਾਣਗੇ ਤਾਂ ਫਿਰ ਮੈਂ ਬਾਅਦ ਵਿੱਚ ਛਾਲ ਮਾਰ ਕੇ ਮਰ ਜਾਵਾਂਗਾ। ਪਰ ਜਿਹੜੇ ਕੋਈ ਸਿਆਣੇ ਸੂਝਵਾਨ ਸਨ, ਉਹਨਾਂ ਨੇ ਪੁੱਛਿਆ ਕਿ ਭਲਿਆ ਇੱਥੇ ਕਿਉਂ ਬੈਠਾ। ਫਿਰ ਆਪਣੀ ਰੋ ਰੋ ਕਰਕੇ ਸਾਰੀ ਉਹਨੇ ਵਿਥਿਆ ਸੁਣਾਈ। ਤੇ ਸਾਧ ਸੰਗਤ ਜੀ ਦਾ ਭਲਾ ਕਰਨ ਦੇ ਵਾਸਤੇ
ਗਰੀਬ ਨਵਾਜ ਸਤਿਗੁਰੂ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿਖੇ ਚੁੱਕ ਕਰਕੇ ਨਾਲ ਲੈ ਗਏ। ਜਿੱਥੇ ਹੋਰ ਕੋਹੜੀ ਬੈਠੇ ਸਨ ਬਾਹਰ, ਉੱਥੇ ਜਾ ਕੇ ਤੇ ਪ੍ਰੇਮੀ ਕੋਹੜੀ ਨੂੰ ਬਿਠਾ ਦਿੱਤਾ ਤੇ ਹਰ ਰੋਜ਼ ਬੜੇ ਪਿਆਰ ਦੇ ਨਾਲ ਮੁਖ ਤੋਂ ਉੱਚੀ ਆਵਾਜ਼, ਸੁਰੀਲੀ ਆਵਾਜ਼ ਦੇ ਵਿੱਚ ਬੋਲਣਾ, ਮੇਰਾ ਗਿਆ ਕਛੋਟਾ ਲੱਦਾ, ਮੇਰਾ ਗਿਆ ਕਛੋਟਾ ਲੱਦਾ, ਮੇਰਾ ਗਿਆ ਕਛੋਟਾ ਲੱਦਾ, ਮੇਰਾ ਗਿਆ ਕਛੋਟਾ ਲੱਦਾ। ਆਵਾਜ਼ ਬੜੀ ਸੁਰੀਲੀ ਸੀ, ਪਰ ਇਹਦੀ ਗੁੱਜਾ ਜਿਹੜੇ ਰਮਜ ਸੀ ਨਾ, ਕਿਸੇ ਨੂੰ ਅਰਥਾਂ ਦੀ ਸਮਝ ਨਹੀਂ ਸੀ ਆਉਂਦੀ। ਜੋ ਵੀ ਕੋਈ ਸਿੱਖ ਆਵਾਜ਼ ਸੁਣਦਾ, ਮਨ ਉਹਦਾ ਮੋਹਿਆ ਜਾਂਦਾ ਸੀ, ਬਾਰ-ਬਾਰ ਸੁਣਨੇ ਨੂੰ ਉਹਦਾ ਚਿੱਤ ਕਰਦਾ ਸੀ, ਪਰ ਸਮਝ ਨਹੀਂ ਸੀ ਪੈਂਦੀ ਕਿ ਕੋਹੜੀ ਆਖਦਾ ਕੀ ਹੈ। ਤੇ ਸਿੱਖਾਂ ਨੇ ਕਈ ਵਾਰ ਜਾ ਕੇ ਮਹਾਰਾਜ ਜੀ ਨੂੰ ਬੇਨਤੀ ਕਰਿਆ ਕਰਨੀ, ਸਤਿਗੁਰੂ ਜੀ ਇੱਕ ਪ੍ਰੇਮਾ ਨਾਮ ਦਾ ਕੋਹੜੀ ਹੈ ਮਹਾਰਾਜ, ਉਹ ਬੜੀ ਸੁਰੀਲੀ ਉਹਦੀ ਆਵਾਜ਼ ਹੈ, ਮੁੱਖ ਤੋਂ ਐਵੇਂ ਬੋਲਦਾ, ਉਹਦੀ ਸਮਝ ਤਾਂ ਨਹੀਂ ਆਉਂਦੀ, ਪਰ ਆਵਾਜ਼ ਬੜੀ ਉਹਦੀ ਸੁਰੀਲੀ, ਬੜਾ ਰਸ ਉਹਦੀ ਆਵਾਜ਼ ਦੇ ਵਿੱਚ। ਤੇ ਸਤਿਗੁਰਾਂ ਨੇ ਚੁੱਪਤਾ ਧਾਰਨ ਕਰਕੇ ਰੱਖਣੀ। ਇੱਕ ਦਿਨ ਦਇਆ ਦੇ ਘਰ ਵਿੱਚ ਆਏ, ਮਹਾਰਾਜ ਕਹਿੰਦੇ ਜਾਓ ਉਸ ਕੋਹੜੀ ਨੂੰ ਲੈ ਕਰਕੇ ਆਵੋ, ਉਹਦਾ ਭਲਾ ਕਰਨਾ ਹੈ। ਤੇ ਸਾਧ ਸੰਗਤ ਜੀ ਉਹਦਾ ਇਸ਼ਨਾਨ ਕਰਾਇਆ ਗਿਆ, ਕੰਚਨ ਵਰਗਾ ਸਰੀਰ ਹੋ ਗਿਆ। ਤੇ ਸਿੱਖ ਸੰਗਤ ਵਿੱਚ ਜਿਹੜੇ ਸਨ ਹੱਸਦੇ ਹੋ ਕਹਿਣ ਲੱਗੇ, ਮਹਾਰਾਜ ਹੁਣ ਤਾਂ ਲਾੜੇ ਵਰਗਾ ਜਾਪਦਾ। ਕਹਿੰਦੇ ਸੰਗਤ ਜੀ ਇਹ ਵੀ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ। ਤੇ ਸਾਧ ਸੰਗਤ ਉਸ ਸਮੇਂ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਸੰਗਤ ਵਿੱਚੋਂ ਕੋਈ ਉੱਠੇ, ਆਪਣੀ ਧੀ ਦਾ ਰਸਤਾ ਇਹਦੇ ਨਾਲ ਜੋੜ ਨਾ ਕਰੇ, ਸਾਡੀ ਮਹਾਨ ਉਹਦੇ ਤੇ ਪ੍ਰਸੰਨਤਾ ਹੋਵੇਗੀ। ਤੇ ਸਾਰਿਆਂ ਨੇ ਨੀਵੀਆਂ ਪਾ ਲਈਆਂ ਸਨ। ਸੀਆਂ ਖੱਤਰੀ ਉਸ ਸਮੇਂ ਉਤਰਿਆ, ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਮੇਰੀ ਧੀ, ਮੈਂ ਇਹਦਾ ਰਿਸ਼ਤਾ ਜੋੜਦਾ, ਮਹਾਰਾਜ ਮੇਰੀ ਧੀ ਦਾ ਰਿਸ਼ਤਾ ਕਰ ਦੇਵੋ। ਤੇ ਜਦੋਂ ਉਹਦੇ ਘਰ ਵਾਲੀ ਨੂੰ ਪਤਾ ਲੱਗਾ ਨਾ, ਉਹਦਾ ਸੁਭਾਅ ਬੜਾ ਲੜਾਕਾ ਸੀ, ਗੁਰੂ ਘਰ ਦੇ ਵਿੱਚ ਸੇਵਾ ਕਰ ਰਹੀ ਸੀ, ਆਟਾ ਗੁੰਨ ਰਹੀ ਸੀ, ਹੱਥ ਲਿਬੜੇ ਆਟੇ ਦੇ ਨਾਲ ਉੱਦਾਂ ਹੀ ਆ ਕੇ ਲੜਨ ਲੱਗ ਪਈ, ਮਹਾਰਾਜ ਇਹ ਕੋਹੜੀ ਦੇ ਨਾਲ ਮੇਰੀ ਧੀ ਦਾ ਰਿਸ਼ਤਾ ਜੋੜ ਦਿੱਤਾ। ਤੇ ਮਹਾਰਾਜ ਜੀ ਨੇ ਫਿਰ ਬੜੇ ਪਿਆਰ ਦੇ ਨਾਲ ਸਮਝਾਇਆ, ਕਹਿਣ ਲੱਗੇ ਹੇ ਭਲੀਏ, ਤੂੰ ਮਤਾ ਮਨ ਦੇ ਵਿੱਚ ਸੋਚ ਕੇ ਕੋਹੜੀ ਦੇ ਨਾਲ, ਜਿਹਦਾ ਕੋਈ ਅੱਗੇ ਪਿੱਛੇ ਹੈ ਵੀ ਨਹੀਂ, ਉਹਦੇ ਨਾਲ ਰਿਸ਼ਤਾ ਜੋੜ ਦਿੱਤਾ। ਇਹ ਜਾਣ ਕੇ ਇਹ ਸਾਡਾ ਹੀ ਸਿੱਖ ਹੈ, ਜਾਣ ਕੇ ਸਾਡਾ ਹੀ ਪੁੱਤਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਮਾਣ ਬਖਸ਼ਿਸ਼ ਕੀਤਾ ਤੇ ਦੋਵਾਂ ਨੂੰ ਮੱਥੋ ਤੇ ਮੁਰਾਰੀ ਦਾ ਖਿਤਾਬ ਦਿੱਤਾ। ਕਹਿੰਦੇ ਜੋ ਇਹਨਾਂ ਦਾ ਜਾਪ ਕਰੇਗਾ ਉਹ 84 ਦੇ ਗੇੜੇ ਵਿੱਚ ਨਹੀਂ ਪਵੇਗਾ। ਸਾਧ ਸੰਗਤ ਜੀ ਹਜੂਰ ਨੇ ਜਿੱਥੇ 72 ਪੀੜੇ ਬਖਸ਼ੇ ਨਾ ਬੀਬੀਆਂ ਨੂੰ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਦੇ ਪ੍ਰਚਾਰ ਦੇ, ਇਹਨਾਂ ਦੋਵਾਂ ਨੂੰ ਵੀ ਸਾਧ ਸੰਗਤ ਜੀ ਸਿੱਖੀ ਦੇ ਪ੍ਰਚਾਰ ਦੇ ਵਾਸਤੇ ਲਗਾਇਆ ਤੇ ਵਰਦਾਨ ਦਿੱਤਾ ਕਿ ਜੋ ਮੱਥੋ ਤੇ ਮੁਰਾਰੀ ਦਾ ਜਾਪ ਕਰੇਗਾ ਉਹ ਸੰਸਾਰ ਦੀਆਂ ਜੂਨੀਆਂ ਵਿੱਚ ਨਹੀਂ ਪਵੇਗਾ। ਇਹ ਸੰਸਾਰ ਦੇ ਪੂਜਣਯੋਗ ਮਹਾਰਾਜ ਕਹਿੰਦੇ ਹੋ ਜਾਂਦੇ ਆ ਜੋ ਪਰਮੇਸ਼ਰ ਦਾ ਨਾਮ ਜਪਦੇ ਹਨ। ਸਤਿਗੁਰੂ ਜੀ ਫਰਮਾਨ ਕਰ ਰਹੇ ਆ, ਹਜੂਰ ਕਹਿੰਦੇ ਜਾ ਕੇ ਨਿਕਟ ਨਾ ਆਵੇ ਕੋਈ, ਸਗਲ ਸ੍ਰਿਸ਼ਟ ਉਹ ਆ ਕੇ ਚਰਨ ਮਲ ਧੋਈ। ਜਿਨ੍ਹਾਂ ਨੂੰ ਦੁਖੀ ਜਾਣ ਕੇ, ਕੋਹੜੀ ਜਾਣ ਕੇ ਕੋਈ ਨੇੜੇ ਵੀ ਆ ਕੇ ਢੋਕ ਕੇ ਬੈਠਦਾ ਨਹੀਂ ਸੀ। ਸੰਸਾਰ ਪੂਜਣਯੋਗ ਲਾ ਦਿੱਤਾ, ਉਹਨਾਂ ਦੇ ਚਰਨਾਂ ਨੂੰ ਧੋਣ ਦੀ ਸੇਵਾ ਲਾਉਣ ਕਰ ਲਾ ਦਿੱਤਾ ਕਿ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਦੁਰਕਾਰ ਦਿੱਤਾ ਸੀ ਨਾ, ਉਹ ਵੀ ਬੜੇ ਪਿਆਰ ਦੇ ਨਾਲ ਪੂਜਾ ਕਰਨ ਲੱਗ ਪੈਂਦੇ ਹਨ। ਜੋ ਪ੍ਰਾਨੀ ਕਾਹੂ ਨਾ ਆਵਤ ਕਾਮ, ਜੋ ਪ੍ਰਾਣਾ ਧਾਰੀ ਜੀਵ ਕਿਸੇ ਵੀ ਕੰਮ ਦੇ ਵਿੱਚ ਨਹੀਂ ਆਉਂਦਾ, ਜਿਹਨੂੰ ਨਿਕੰਮਾ ਕਿਹਾ ਜਾਂਦਾ ਕਿ ਇਹ ਨਿਕੰਮਾ ਹੈ, ਕਿਸੇ ਕੰਮ ਦਾ ਬੰਦਾ ਨਹੀਂ ਹੈ, ਕੋਈ ਵੀ ਸੰਸਾਰ ਦਾ ਇਹਨੂੰ ਕੰਮ ਕਰਨਾ ਵੀ ਨਹੀਂ ਆਉਂਦਾ। ਸੰਤ ਪ੍ਰਸਾਦ ਤਾਕੋ ਜਪੀਐ ਨਾਮ, ਮਹਾਰਾਜ ਕਹਿੰਦੇ ਸੰਤਾਂ ਦੀ ਕਿਰਪਾ ਹੋ ਜਾਵੇ ਨਾ, ਸਤਿਪੁਰਸ਼ਾਂ ਦੀ ਨਾਮ ਜਪਣ ਵਾਲਿਆਂ ਦੀ, ਤਾਂ ਕੋ ਜਪੀਐ ਨਾਮ, ਉਹਨਾਂ ਦਾ ਸੰਸਾਰ ਦੇ ਜੀਵ ਫਿਰ ਨਾਮ ਜਪਣ ਲੱਗ ਪੈਂਦੇ ਆ। ਜਿਹਨੂੰ ਨਿਕੰਮਾ ਕਹਿੰਦੇ ਆ ਨਾ, ਉਹ ਬੰਦਗੀ ਕਰਕੇ ਇੰਨੇ ਪ੍ਰਤਾਪ ਵਾਲਾ ਹੋ ਜਾਂਦਾ ਹੈ, ਸੰਸਾਰ ਦੇ ਲੋਕ ਫਿਰ ਉਹਦੇ ਗੁਣ ਗਾਉਣ ਲੱਗ ਪੈਂਦੇ ਹਨ। ਉਹ ਬੰਦਗੀ ਕਰਨ ਵਾਲੇ ਸਤਿਪੁਰਸ਼ ਨੂੰ ਫਿਰ ਚੇਤੇ ਕਰਦੇ ਹੈ। ਨਾਮ ਜਪਣ ਵਾਲੇ ਨੂੰ ਹਰ ਕੋਈ ਸੰਸਾਰ ਦੇ ਅੰਦਰ ਯਾਦ ਕਰਦਾ ਹੈ। ਸਾਧ ਸੰਗ ਮਨ ਸੋਵਤ ਜਾਗੇ, ਹਜੂਰ ਕਹਿੰਦੇ ਹੈ ਜੀਵਾ, ਸਾਧ ਸੰਗਤ ਕਰਨ ਦਾ ਬੜਾ ਵੱਡਾ ਮਹਾਤਮ ਹੈ। ਸੁੱਤਾ ਹੋਇਆ ਮਨ ਜਾਗ ਪੈਂਦਾ ਜੇ ਪਿਆਰ ਦੇ ਨਾਲ ਸਾਧ ਸੰਗਤ ਕਰਦਾ ਹੈ। ਸਾਧ ਸੰਗ ਮਨ ਸੋਵਤ ਜਾਗੇ,
ਜੋ ਗੁਰਸਿੱਖ ਪਿਆਰ ਦੇ ਨਾਲ ਮਹਾਰਾਜ ਜੀ ਦੀ ਸਤ ਸੰਗਤ ਕਰਦੇ ਹਨ, ਮਹਾਰਾਜ ਕਹਿੰਦੇ ਉਹਨਾਂ ਦੇ ਮਨ ਜਾਗ ਪੈਂਦੇ ਆ। ਅਵਿਦਿਆ ਰੂਪ ਨੀਂਦਰਾ ਵਿੱਚ ਸੁੱਤਾ ਹੋਇਆ ਮਨ ਜਾਗਰਤ ਅਵਸਥਾ ਵਿੱਚ ਆ ਜਾਂਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਹਜੂਰ ਦੇ ਅਸੀਂ ਬਚਨ ਪੜ੍ਹਦੇ ਹਾਂ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਜਿਨ੍ਹਾਂ ਦੀ ਜਾਗਰਤ ਅਵਸਥਾ ਵਿੱਚ ਆ ਜਾਂਦੇ ਨਾ ਮਨ, ਉਹ ਫਿਰ ਰਾਤ ਵੀ ਦਿਨੇ ਵੀ ਪਰਮੇਸ਼ਰ ਦੇ ਨਾਮ ਬਾਣੀ ਦਾ ਜਾਪ ਕਰਦੇ ਆ, ਅੱਠੇ ਪਹਿਰ ਪ੍ਰਮਾਤਮਾ ਦਾ ਚਿੰਤਨ ਕਰਦੇ ਹਨ। ਪਰ ਜਾਗਦੇ ਉਹੋ ਹੀ ਹੈ। ਮਹਾਰਾਜ ਕਹਿੰਦੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੁੜਦੇ ਆ, ਮਨ ਕਰਕੇ ਉਹਨਾਂ ਦਾ ਜਾਗਣਾ ਹੁੰਦਾ ਹੈ, ਨਹੀਂ ਤਾਂ ਜ਼ਿੰਦਗੀ ਭਰ ਮਨ ਉਹਨਾਂ ਦਾ ਸੁੱਤਾ ਹੀ ਰਹਿੰਦਾ ਹੈ। ਸੰਸਾਰ ਵਾਲੇ ਪਾਸੇ ਦਾ ਭਾਵੇਂ ਜਾਗਦਾ ਹੈ, ਪਰ ਪਰਮੇਸ਼ਰ ਦੇ ਵੱਲੋਂ ਸੁੱਤਾ ਹੀ ਰਹਿੰਦਾ ਹੈ। ਨਾਮ ਜਪਣ ਤੋਂ, ਸੇਵਾ ਸਿਮਰਨ ਕਰਨ ਦੇ ਵੱਲ ਸੁੱਤਾ ਹੀ ਰਹਿੰਦਾ, ਅਵੇਸਲਾ ਹੋ ਕਰਕੇ ਰਹਿੰਦਾ ਹੈ। ਪਰ ਮਹਾਰਾਜ ਜੀ ਦੀ ਸਾਧ ਸੰਗਤ ਦੀ ਐਸੀ ਕਲਾ ਵਰਤਦੀ ਹੈ, ਸਾਧ ਸੰਗ ਮਨ ਸੋਵਤ ਜਾਗੇ। ਤੇ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਹਜੂਰ ਨੂੰ ਸਿੱਖਾਂ ਨੇ ਸਵਾਲ ਕੀਤਾ ਸੀ ਬੇਨਤੀ ਵਜੋਂ। ਕਹਿਣ ਲੱਗੇ, ਮਹਾਰਾਜ ਜੀ ਮਨ ਜਾਗਣ ਦੀ ਨਿਸ਼ਾਨੀ ਕੀ ਹੈ? ਗਰੀਬ ਨਵਾਜ਼ ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ, ਮਨ ਜਾਗਣ ਕੀ ਇਹ ਨਿਸ਼ਾਨੀ। ਕਹਿੰਦੇ ਕਿ ਸੁੱਤੇ ਹੋਏ ਮਨ ਜਾਗਣ ਦੀ ਇਹ ਨਿਸ਼ਾਨੀ ਹੈ, ਇਹ ਲੱਛਣ ਹਨ ਕਿ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗਣ ਲੱਗ ਪੈਂਦਾ, ਗੁਰਬਾਣੀ ਦੇ ਨਾਲ ਪਿਆਰ ਬਣਨਾ ਸ਼ੁਰੂ ਹੋ ਜਾਂਦਾ ਹੈ। ਗੁਰਬਾਣੀ ਪੜ੍ਹਨੀ ਜਿਹੜੀ ਮਨ ਨੂੰ ਚੰਗੀ ਲੱਗਦੀ ਹੈ, ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਗੁਰਮੁਖਾਂ ਦੀ ਸਤ ਸੰਗਤ ਕਰਨੀ, ਪਰਮੇਸ਼ਰ ਦਾ ਭਜਨ ਬੰਦਗੀ ਕਰਨਾ ਮਨ ਨੂੰ ਪਿਆਰਾ ਲੱਗਣ ਲੱਗ ਪੈਂਦਾ। ਜਦੋਂ ਪਰਮੇਸ਼ਰ ਦਾ ਨਾਮ ਮਨ ਨੂੰ ਪਿਆਰਾ ਲੱਗਣ ਲੱਗ ਪਵੇ ਨਾ, ਮਹਾਰਾਜ ਕਹਿੰਦੇ ਜਾਣੋ ਇਹ ਮਨ ਜਾਗਣ ਦੀ ਨਿਸ਼ਾਨੀ ਹੈ। ਜਦੋਂ ਨਾਮ ਜਪਣ ਤੋਂ ਮਨ ਭੱਜਦਾ ਹੈ ਨਾ, ਗੁਰੇਜ਼ ਕਰਦਾ, ਚੰਗਾ ਨਹੀਂ ਲੱਗਦਾ, ਦੁਨੀਆ ਦੀਆਂ ਗੱਲਾਂ ਬਾਤਾਂ, ਨਿੰਦਿਆ ਚੁਗਲੀਆਂ ਤਾਂ ਬਹੁਤ ਚੰਗੀਆਂ ਲੱਗਦੀਆਂ ਨੇ, ਜਾਣੋ ਕਿ ਮਨ ਸੁੱਤਾ ਪਿਆ। ਇਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਐ ਸਿੱਖੋ ਇਹ ਮਨ ਜਾਗਣ ਦੀ ਨਿਸ਼ਾਨੀ ਹੈ। ਗੁਰਬਾਣੀ ਦੇ ਨਾਲ, ਪਰਮੇਸ਼ਰ ਦੇ ਨਾਮ ਸਿਮਰਨ ਦੇ ਨਾਲ ਜੇ ਪਿਆਰ ਲੱਗਦਾ ਹੈ ਨਾ, ਮਨ ਨੂੰ ਚੰਗਾ ਲੱਗਦਾ, ਨਾਮ ਜਪਦੇ ਆ, ਗੁਰਬਾਣੀ ਪੜ੍ਹਦੇ ਮਨ ਵਿੱਚ ਬੜਾ ਪਿਆਰਾ, ਬੜਾ ਮਿੱਠਾ ਲੱਗਦਾ, ਇਹ ਜਾਣੋ ਕਿ ਮਨ ਜਾਗਣ ਦੀ ਨਿਸ਼ਾਨੀ ਹੈ। ਸੋ ਹਜੂਰ ਬਖਸ਼ਿਸ਼ ਕਰ ਰਹੇ ਹੈ, ਸਾਧ ਸੰਗ ਮਨ ਸੋਵਤ ਜਾਗੇ। ਮਨ ਕਿੱਥੇ ਜਾ ਕੇ ਜਾਗਦਾ ਹੈ? ਸਾਧ ਸੰਗਤ ਵਿੱਚ ਜੁੜ ਕਰਕੇ। ਸੁੱਤਾ ਹੋਇਆ ਮਨ ਅਵਿਦਿਆ ਦੀ ਨਿੰਦਰਾ ਤੋਂ ਉੱਠ ਕਰਕੇ ਜਾਗਰਤ ਅਵਸਥਾ ਵਿੱਚ ਜਾਗ ਪੈਂਦਾ ਹੈ। ਤਬ ਪ੍ਰਭ ਨਾਨਕ ਮੀਠੇ ਲਾਗੇ। ਤਾਂ ਫਿਰ ਪਰਮੇਸ਼ਰ ਦਾ ਨਾਮ ਮਨ ਨੂੰ ਮਿੱਠਾ ਲੱਗਣ ਲੱਗ ਪੈਂਦਾ ਹੈ। ਤਾਂ ਫਿਰ ਪਰਮੇਸ਼ਰ ਦਾ ਪਿਆਰ ਹਿਰਦੇ ਅੰਦਰ ਚੰਗਾ ਲੱਗਦਾ ਹੈ। ਪਰਮੇਸ਼ਰ ਦੇ ਨਾਮ ਦੇ ਨਾਲ ਫਿਰ ਸਾਧ ਸੰਗਤ ਜੀ ਪਿਆਰ ਲੱਗ ਜਾਂਦਾ ਹੈ। ਜਿਵੇਂ ਜਿਵੇਂ ਪਰਮੇਸ਼ਰ ਦਾ ਨਾਮ ਜਪਦੇ, ਤਿਵੇਂ ਤਿਵੇਂ ਹਿਰਦੇ ਅੰਦਰ ਮਿਠਾਸ ਪ੍ਰਾਪਤ ਹੁੰਦੀ ਹੈ। ਤੇ ਜਿਹੜਾ ਮਿੱਠਾ ਪਦਾਰਥ ਹੁੰਦਾ ਉਹ ਫਿਰ ਛੱਡਣ ਨੂੰ ਚਿੱਤ ਨਹੀਂ ਕਰਦਾ। ਮਿੱਠਾ ਪਦਾਰਥ ਜਿਹੜਾ ਮਿਸ਼ਟਾਨ ਪਦਾਰਥ ਹੁੰਦਾ, ਹਰ ਕਿਸੇ ਨੂੰ ਚੰਗਾ ਲੱਗਦਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵਾਹਿਗੁਰੂ ਦੇ ਨਾਮ ਦੇ ਨਾਲ ਫਿਰ ਪਿਆਰ ਲੱਗ ਜਾਂਦਾ ਹੈ। ਹਿਰਦੇ ਹੋ ਕੇ ਜੀ ਫਿਰ ਪਰਮੇਸ਼ਰ ਦਾ ਨਾਮ ਜਪਦਾ ਹੈ। ਜਦੋਂ ਗਰੀਬ ਨਵਾਜ਼ ਸਤਿਗੁਰੂ ਜੀ ਦੀ ਪਿਆਰੀ ਸਾਧ ਸੰਗਤ ਵਿੱਚ ਆ ਕੇ ਜੁੜਦਾ, ਸੁੱਤਾ ਹੋਇਆ ਮਨ ਜਾਗ ਪੈਂਦਾ, ਫਿਰ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਬਣ ਜਾਂਦਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਾਧ ਸੰਗ ਮਨ ਸੋਵਤ ਜਾਗੇ। ਤਬ ਪ੍ਰਭ ਨਾਨਕ ਮੀਠੇ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।